ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਗੁਰ ਕੀ ਮਹਿਮਾ ਕਿਆ ਕਹਾਂ ਗੁਰ ਬਿਬੇਕ ਸਤ ਸਾਰੂ ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਪਾਤਿਤ ਪਾਵਨ ਭਗਤ ਵਛਲੋ ਕਿਰਪਾ ਦੇ ਖਜ਼ਾਨੇ ਚਵਰ ਸ਼ਤਰੂ ਤਖਤ ਦੇ ਮਾਲਕੋ ਹਾਜ਼ਰ ਹਜੂਰ ਜ਼ਾਹਰ ਜਹੂਰ ਸਰਬ ਕਲਾ ਭਰਪੂਰ ਦੀਨ ਦੁਨੀਆ ਦੇ ਮਾਲਕੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਜੀਓ ਜਵਾਬ ਜੀ ਸਤਿਗੁਰਾਂ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਦੀ ਬਾਣੀ ਪੜ੍ਹਨ ਸੁਣਨ ਦਾ ਦਰਸ਼ਨ ਦਿਦਾਰੇ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲ ਕਰਨ ਵਾਸਤੇ ਮਹਾਨ ਬਖਸ਼ਿਸ਼ ਕਰ ਰਹੇ ਨੇ। ਸਤ ਸੰਗਤ ਦੀਆਂ ਅਮੋਲਕ ਘੜੀਆਂ ਅਮੋਲਕ ਸਮਾਂ ਸਾਨੂੰ ਬਖਸ਼ਦੇ ਹੈ। ਸੋ ਆਓ ਕੁਝ ਕੁ ਸਮਾਂ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਜੀ ਨੇ ਪਵਿੱਤਰ ਮੁਖ ਵਾਕ ਜੋ ਸਾਨੂੰ ਬਖਸ਼ੇ ਹੈ ਉਸ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰੀਏ। ਸਤਿਗੁਰਾਂ ਜੀ ਦੇ ਪਾਸੋਂ ਸਰਵਣ ਕਰੀਏ। ਮਹਾਰਾਜ ਪਵਿੱਤਰ ਬਾਣੀ ਦੁਆਰਾ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਉਪਦੇਸ਼ ਬਖਸ਼ਦੇ ਨੇ, ਕੀ ਸਮਝਾਉਂਦੇ ਨੇ। ਆਪਣੇ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਹੈ। ਜੋ ਗੁਰਮੁਖਾਂ ਨੇ 2 ਦਿਨ ਦਾ ਕਥਾ ਦਾ ਜੋ ਸਮਾਗਮ ਤੁਹਾਡੇ ਨਗਰ ਦੇ ਵਿੱਚ ਰੱਖਿਆ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਇਸ ਕਰਕੇ 2ਵੇਂ ਦਿਨ ਆਪ ਜੀ ਨੇ ਜ਼ਰੂਰ ਲਾਹਾ ਲੈਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਤ ਸੰਗਤ ਦੀ ਮਹਿਮਾ ਭਾਈ ਗੁਰਦਾਸ ਜੀ ਦਾ ਦੱਸਦੇ ਹੈ। ਜੈਸੇ ਹੀਰਾ ਤਨਕ ਮੈਂ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ
ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹੀਰਾ ਹੁੰਦਾ ਨਾ, ਦੇਖੋ ਭਾਈ ਮਹਾਰਾਜ ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ। ਹੀਰਾ ਹੈ ਤੇ ਇੱਕ ਪੱਥਰੀ ਹੈ, ਪਰ ਬਹੁਤ ਅਮੁੱਲਾ ਹੈ, ਉਹਦਾ ਮੁੱਲ ਬਹੁਤ ਹੈ ਹੀਰੇ ਦਾ। ਸਾਡੇ ਪਾਸ ਸੋਨਾ ਚਾਂਦੀ ਇਹ ਦੁਨੀਆ ਦਾ ਧਨ ਤੇ ਹੈ, ਪਰ ਜਿਹੜਾ ਹੀਰਾ ਨਾ ਬਹੁਤਾ ਹੀ ਮੁੱਲਾ ਹੀਰਾ ਹੈ ਭਾਈ। ਸੋ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜਾ ਹੀਰਾ ਹੁੰਦਾ ਨਾ, ਹੱਥ 'ਤੇ ਰੱਖੋਗੇ ਜਦੋਂ ਤੁਸੀਂ, ਛੋਟਾ ਲੱਗੇਗਾ ਵੇਖਣ ਵਾਸਤੇ ਤਾਂ, ਪਰ ਕਹਿੰਦੇ ਮੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ। ਇਹ ਸਤ ਸੰਗਤ ਦੀ ਮਹਿਮਾ ਦੱਸਣਗੇ ਮਹਾਰਾਜ ਭਾਈ ਗੁਰਦਾਸ ਜੀ ਇਹਦੇ ਵਿੱਚ। ਮੋਲ ਕੀਏ ਤੇ ਦਮਕਣ, ਉਹ ਜਦੋਂ ਹੀਰੇ ਨੂੰ ਵੇਚਿਆ ਗਿਆ, ਮੁੱਲ ਪਾਇਆ ਗਿਆ। ਭਾਈ ਸਾਹਿਬ ਕਹਿੰਦੇ ਮੋਲ ਕੀਏ ਤੇ ਦਮਕਣ ਭਰਤ ਭੰਡਾਰ ਜੀ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇ। ਵੇਖਣ ਨੂੰ ਤੇ ਭਾਵੇਂ ਉਹ ਛੋਟਾ ਜਿਹਾ ਲੱਗਦਾ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਉਹਨੂੰ ਵੇਚਿਆ ਗਿਆ ਨਾ, ਸਾਰੀ ਭੰਡਾਰੇ ਭਰ ਗਏ। ਅੱਗੇ ਕਹਿੰਦੇ ਜੈਸੇ ਬਾਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ, ਸਿੱਧੀ ਜੀ ਭਾਸ਼ਾ ਵਿੱਚ ਆਖਾਂ, ਕਾਗਜ਼ ਤੇ ਲਿਖ ਦਿੰਦੇ ਸੀ ਇਹਨੂੰ ਇੰਨੀ ਮਾਇਆ ਦੇਣੀ ਹੈ। ਲਿਖਦੇ ਹੁੰਦੇ ਸੀ ਨਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ, ਕਾਗਜ਼ ਤੇ ਲਿਖ ਦੇਣਾ ਇਹਨੂੰ ਮਾਇਆ ਇੰਨੀ ਦੇਣੀ ਹੈ। ਉਹਨੂੰ ਹੁੰਡੀ ਕਹਿੰਦੇ ਹੁੰਦੇ ਸੀ। ਭਾਈ ਸਾਹਿਬ ਕਹਿੰਦੇ ਜੈਸੇ ਬਾਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਛੂ। ਹੁਣ ਵੇਖੋ ਬੈਂਕ ਸਾਨੂੰ ਦਿੰਦੀ ਹੈ ਨਾ ਚੈੱਕ ਕੱਟ ਕੇ, 1 ਲੱਖ ਦਾ 5 ਲੱਖ ਦਾ, ਭਾਰ ਤੇ ਨਹੀਂ ਨਾ ਲੱਗਦਾ ਕਾਗਜ਼ ਦਾ, ਕੋਈ ਭਾਰ ਨਹੀਂ ਹੈ। ਪਰ ਕਹਿੰਦੇ ਨੇ ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਪਰ ਜਿਹਦੇ ਕੋਲੋਂ ਫੜਾਉਣਾ ਨਾ, ਚੈੱਕ ਕਹਿ ਲਓ ਸਿੱਧੀ ਜੀ ਪੰਜਾਬੀ 'ਚੋਂ, ਜਿਹਨੂੰ ਫੜਾਉਣਾ ਹੈ ਨਾ ਜਾ ਕੇ, ਤੇ ਭਾਈ ਸਾਹਿਬ ਕਹਿੰਦੇ ਆਗੇ ਜਾਏ ਪਾਈਅਤ ਲక్ష్ਮੀ। ਲక్ష్ਮੀ ਕਿਹਨੂੰ ਕਹਿੰਦੇ ਆ? ਮਾਇਆ ਨੂੰ। ਲక్ష్ਮੀ ਅਪਾਰ ਜੀ। ਭਾਰ ਨਹੀਂ ਲੱਗਦਾ ਕਾਗਜ਼ ਦਾ, ਪਰ ਜਦੋਂ ਦੂਜੇ ਕੋਲ ਪਹੁੰਚਿਆ ਨਾ ਕਾਗਜ਼, ਤੇ ਮਾਇਆ ਦੇ ਭੰਡਾਰ ਲੱਗ ਗਏ। ਭਾਈ ਸਾਹਿਬ ਕਹਿੰਦੇ ਨੇ ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ। ਵੱਟ ਕਿਹਨੂੰ ਕਹਿੰਦੇ ਹੈ? ਬੋੜ ਨੂੰ। ਬੋੜ ਨੂੰ ਵੱਟ ਕਹਿੰਦੇ ਨੇ। ਹੁਣ ਕਿੱਡਾ ਵੱਡਾ ਦਰਖਤ ਹੈ ਬੋੜ ਦਾ। ਸਾਧ ਸੰਗਤ ਆਪਣੇ ਪਿੰਡਾਂ ਵਿੱਚ ਵੇਖਦੇ ਹਾਂ ਕਿੱਡਾ ਬੋੜ ਦਾ ਦਰਖਤ ਹੁੰਦਾ ਹੈ। ਉਹਦਾ ਜਿਹੜਾ ਬੀਜ ਹੈ ਭਾਈ ਸਾਹਿਬ ਕਹਿੰਦੇ ਬਹੁਤ ਛੋਟਾ ਹੈ। ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ। ਪਰ ਕਹਿੰਦੇ ਨੇ ਬੋਏ ਸੇ ਬਵਿਦ ਕਰੇ ਬਿਰਖਾ ਵਿਸਥਾਰ ਜੀ। ਉਹਨੂੰ ਜਦੋਂ ਫਿਰ ਬੋਇਆ ਜਾਂਦਾ ਨਾ ਜ਼ਮੀਨ ਦੇ ਵਿੱਚ, ਉਹ ਕਈ ਸਾਲਾਂ ਬਾਅਦ ਫਿਰ ਉਹਦਾ ਵੇਖੋ ਕਿੰਨਾ ਵਿਸਥਾਰ ਹੁੰਦਾ। ਉਹਦਾ ਬੀਜ ਛੋਟਾ ਹੈ ਪਰ ਵਿਸਥਾਰ ਬਹੁਤ ਹੈ ਉਹ ਦਰਖਤ ਦਾ। ਭਾਈ ਗੁਰਦਾਸ ਜੀ ਹੁਣ ਨਿਚੋੜ ਦੱਸਦੇ ਸਤ ਸੰਗਤ ਦੀ ਮਹਿਮਾ ਕੀ ਹੈ। ਐਵੇਂ ਨਹੀਂ ਮਹਾਰਾਜ ਕਹਿੰਦੇ ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਐਵੇਂ ਨਹੀਂ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬੜੀ ਮਹਿਮਾ ਹੈ ਸਤ ਸੰਗਤ ਦੀ, ਸੱਚੇ ਪਾਤਸ਼ਾਹ ਸਮਝਾਉਂਦੇ। ਤੋ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਬਵਿਦ ਕਰੇ ਬਿਰਖਾ ਵਿਸਥਾਰ ਜੀ। ਭਾਈ ਸਾਹਿਬ ਕਹਿੰਦੇ ਤੈਸੇ ਗੁਰ ਬਚਨ ਸੱਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਆ ਕੇ ਸੱਚੇ ਗੁਰਾਂ ਦੇ ਬਚਨਾਂ ਨੂੰ ਸੁਣ ਲਿਆ, ਤੈਸੇ ਗੁਰ ਬਚਨ ਸੱਚਨ ਗੁਰ ਸਿੱਖਨ ਮੈਂ, ਸੱਚੇ ਗੁਰ ਸਿੱਖਾਂ ਨੇ। ਹੁਣ ਸਤ ਸੰਗਤ ਦੀ ਮਹਿਮਾ ਦੱਸਦੇ ਹੈ, ਪਰ ਸਤ ਸੰਗਤ ਵਿੱਚ ਆਵੇਗਾ ਕਿਹੜਾ? ਕੌਣ ਆਵੇਗਾ?
ਤਾਂ ਮਹਾਰਾਜ ਦੱਸਦੇ ਆ ਫਿਰ ਸੱਚੇ ਪਾਤਸ਼ਾਹ ਜੀ, ਸਤ ਸੰਗਤ ਵਿੱਚ ਇਹ ਹੰਸ ਰੂਪੀ ਜਿਹੜੇ ਗੁਰਮੁਖ ਰੂਪੀ ਹੰਸ ਆਉਂਦੇ ਐ ਨਾਮ ਰੂਪੀ ਮੋਤੀ ਚੁਗਣ ਵਾਸਤੇ। ਔਰ ਇਹ ਜੋ ਸਤਿਗੁਰੂ ਮਹਾਰਾਜ ਦੀ ਸਤ ਸੰਗਤ ਹੈ ਇਹ ਮਾਨ ਸਰੋਵਰ ਹੈ। ਤਾਂ ਜਿਵੇਂ ਮਹਾਰਾਜ ਸਮਝਾਉਂਦੇ ਹੈ, ਮਾਨ ਸਰੋਵਰ ਹੰਸਲਾ ਖਾਏ ਮਾਨਕ ਮੋਤੀ, ਕੋਈ ਕਲੰਬ ਭਰੀਤੈ ਮਿਠ ਬੋਲ ਸਰੋਤੀ। ਤੋ ਸਾਧ ਸੰਗਤ ਜੀ, ਸਤ ਸੰਗਤ ਦੇ ਵਿੱਚ ਮਾਨ ਸਰੋਵਰ ਹੈ, ਇੱਥੇ ਆ ਕੇ ਮਨ ਨੂੰ ਨਵਾਉਣਾ ਹੈ, ਮਨ ਪਵਿੱਤਰ ਹੋ ਜਾਏਗਾ। ਸੁਚ ਹੋਵੇ ਤਾਂ ਸੱਚ ਪਾਈ ਹੈ। ਮਨ ਦੀ ਪਵਿੱਤਰਤਾ ਜ਼ਰੂਰੀ ਹੈ। ਮਨ ਪਵਿੱਤਰ ਹੈ, ਸੱਚੇ ਪਾਤਸ਼ਾਹ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੁਆਰੇ 'ਤੇ ਪ੍ਰਵਾਨ ਹੋ ਜਾਏਗਾ। ਪਰ ਮਨ ਦੀ ਪਵਿੱਤਰਤਾ ਵਾਸਤੇ ਤਨ ਦੀ ਪਵਿੱਤਰਤਾ ਵੀ ਚਾਹੀਦੀ ਹੈ। ਤਨ ਦੀ ਪਵਿੱਤਰਤਾ ਤਾਂ ਜੈਸੇ ਮਹਾਰਾਜ ਦੀ ਮਰਿਆਦਾ ਸਿਧਾਂਤ ਹੈ, ਉਹਦੇ ਵਿੱਚ ਰਹਿ ਕੇ ਤਨ ਦੀ ਪਵਿੱਤਰਤਾ, ਬਾਣੀ ਨੂੰ ਪੜ੍ਹ ਕੇ ਮਨ ਦੀ ਪਵਿੱਤਰਤਾ। ਤੇ ਜਦੋਂ ਦੋਵੇਂ ਹੀ ਪਵਿੱਤਰ ਹੋ ਗਏ ਨਾ ਸਾਧ ਸੰਗਤ, ਫਿਰ ਮਹਾਰਾਜ ਕਹਿੰਦੇ ਕਹੋ ਨਾਨਕ ਸੱਚ ਧਿਆਈ ਹੈ, ਸੁਚ ਹੋਵੇ ਤਾਂ ਸੱਚ ਪਾਈ ਹੈ। ਸੱਚੇ ਨੂੰ ਪਾ ਲਏਗਾ ਪਰਮੇਸ਼ਰ ਨੂੰ। ਤੋ ਭਾਈ ਸਾਹਿਬ ਕਹਿੰਦੇ ਜਾਨੀਏ ਮਹਾਤਮਾ ਗਏ ਹੈ ਹਰਿਦੁਆਰ ਜੀ। ਜਦੋਂ ਹਰੀ ਦੇ ਦੁਆਰੇ 'ਤੇ ਜਾਂਦਾ ਨਾ ਮਨੁੱਖ, ਉਦੋਂ ਮਹਾਤਮ ਪਤਾ ਲੱਗਦਾ ਇਹਦਾ ਮਹਾਤਮ ਕੀ ਹੈ ਸਤ ਸੰਗਤ ਦਾ। ਮਾਨ ਸਰੋਵਰ ਆਉਂਦੇ, ਮਾਨ ਸਰੋਵਰ 'ਤੇ ਜਿਵੇਂ ਹੰਸ ਆਉਂਦੇ ਹੈ, ਇਉਂ ਸਤ ਸੰਗਤ ਰੂਪੀ ਮਾਨ ਸਰੋਵਰ 'ਤੇ ਗੁਰਮੁਖ ਰੂਪੀ ਹੰਸ ਆਉਂਦੇ ਹੈ ਨਾਮ ਦਾ ਮੋਤੀ ਚੁਗਣ ਵਾਸਤੇ। ਮੋਤੀ ਚੁਗਦੇ ਆ ਕੇ, ਫਿਰ ਉਹਨਾਂ ਦੀ ਤ੍ਰਿਪਤੀ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ, ਮਨਮੁਖ ਬੰਦਾ ਕਦੇ ਨਹੀਂ ਨਾ ਆਵੇਗਾ। ਜਿਹੜਾ ਮਨ ਆਈਆਂ ਕਰਦਾ ਅਜੇ ਮਨ ਦੇ ਮਗਰ ਲੱਗਿਆ ਹੋਇਆ, ਉਹ ਨਹੀਂ ਆਵੇਗਾ। ਤੇ ਸੁਭਾਗਾ ਸਮਾਂ ਸਤਿਗੁਰਾਂ ਜੀ ਨੇ ਬਖਸ਼ਿਆ ਸਾਨੂੰ। ਆਓ ਮਹਾਰਾਜ ਸਮਝਾਉਂਦੇ ਆ ਫਿਰ ਪਵਿੱਤਰ ਹੁਕਮਨਾਮੇ ਦੇ ਦੁਆਰਾ ਸਾਨੂੰ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਨੂੰ ਸਰਵਣ ਕਰੀਏ। ਮਹਾਰਾਜ ਭਗਤ ਨਾਮਦੇਵ ਜੀ ਦਾ ਪਵਿੱਤਰ ਹੁਕਮਨਾਮਾ ਆਇਆ ਅੰਮ੍ਰਿਤ ਵੇਲੇ ਭਗਤਾਂ ਦੀ ਬਾਣੀ ਵਿੱਚੋਂ। ਦੇਖੋ ਸਾਧ ਸੰਗਤ ਜੀ, ਐਸੇ ਭਗਤ ਹੋਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਪਰਮੇਸ਼ਰ ਦਾ ਹੀ ਰੂਪ ਹੋ ਗਏ, ਕਾਲ ਪੁਰਖ ਦਾ ਹੀ ਰੂਪ ਹੋ ਗਏ। ਹਰ ਜਨ ਹਰ ਦੋਈ ਏਕ ਹੈ, ਬਿਵ ਵਿਚਾਰ ਕਛ ਨਾਹੀਂ, ਜਲ ਦੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਉਹ ਪਰਮੇਸ਼ਰ ਵਰਗੇ ਹੀ ਹੋ ਗਏ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹ। ਉਹ ਪਰਮਾਤਮਾ ਦੇ ਹੀ ਰੂਪ ਹੋ ਗਏ ਨੇ ਸਾਧ ਸੰਗਤ ਜੀ। ਐਸੇ ਜਿਹੜੇ ਭਗਤ ਨੇ ਤਾਂ ਭਗਤ ਨਾਮਦੇਵ ਜੀ ਬਚਨ ਉਚਾਰਦੇ ਅੰਮ੍ਰਿਤ ਵੇਲੇ, ਮੁਖ ਵਾਕ ਉਚਾਰਦੇ, ਬੈਠ ਕੇ ਸਰਵਣ ਕਰਦੇ ਆ ਕੀ ਸਮਝਾਉਂਦੇ ਆ। ਭਗਤਾਂ ਦੀ ਬਾਣੀ ਦੁਆਰਾ ਬਚਨ ਉਚਾਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਧਨਾਸਰੀ ਰਾਗ ਦੇ ਅੰਦਰ 15 ਭਗਤਾਂ ਦੇ ਵਿੱਚੋਂ ਮਹਾਰਾਜ ਭਗਤ ਨਾਮਦੇਵ ਜੀ। ਪਰ ਯਾਦ ਰੱਖਿਓ, ਨਾਮਾ ਸ਼ੀਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਨਾਮਦੇਵ ਮਹਾਰਾਜ ਸ਼ੀਂਬੇ ਸੀ, ਕੱਪੜੇ ਰੰਗਣ ਦਾ ਕੰਮ ਕਰਦੇ ਨੇ, ਪਰ ਮਨ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ। ਤੇ ਬਾਣੀ ਕੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਦੀ? ਮਹਾਰਾਜ ਕਹਿੰਦੇ ਜੋ ਜਨ ਨਾਮ ਨਰੰਜਨ ਰਾਤਾ, ਨਾਨਕ ਸੋਈ ਪੁਰਖ ਵਿਦਾਤਾ। ਉਹ ਲੇਖ ਲਿਖ ਵੀ ਸਕਦਾ ਹੈ ਸਾਧੂ। ਕੌਣ ਲਿਖ ਸਕਦਾ ਹੈ? ਜੋ ਜਨ ਨਾਮ ਨਰੰਜਨ ਰਾਤਾ, ਜਿਹੜਾ ਪਰਮਾਤਮਾ ਦੇ ਨਾਮ ਨਾਲ ਰਤਿਆ ਹੋਇਆ ਨਾ। ਪੁਰਖ ਵਿਦਾਤਾ ਕਿਹਨੂੰ ਕਹਿੰਦੇ ਆ? ਪੁਰਖ ਦਾ ਭਾਵ ਹੈ ਪੂਰਾ, ਜਿਹੜਾ ਪੂਰਨ ਹੋਵੇ ਉਹਨੂੰ ਪੁਰਖ ਕਹਿੰਦੇ ਨੇ। ਔਰ ਪੱਪੇ ਥੱਲੇ ਔਂਕੜ ਹੈ ਪੁਰਖ, ਪੋ ਨਾਮ ਨਰਕ ਤੋਂ ਰੱਖਣ ਵਾਲਾ। ਐਸਾ ਸਾਧੂ ਵਿੱਚ ਉਹ ਤਾਕਤਾਂ ਸਮਰੱਥਾ ਆਉਂਦੀ ਹੈ ਪਰਮਾਤਮਾ ਦੇ ਨਾਮ ਨੂੰ ਧਿਆਉਣੇ ਕਰਕੇ। ਸਤਿਗੁਰੂ ਨਾਨਕ ਸਾਹਿਬ ਦੱਖਣੀ ਓਅੰਕਾਰ ਵਿੱਚ ਬਚਨ, ਵਾਹਿਗੁਰੂ ਸਿੱਧ ਗੋਸ਼ਟ ਵਿੱਚ ਬਚਨ ਕਰਦੇ ਆ ਗੁਰੂ ਨਾਨਕ ਸਾਹਿਬ ਜੀ। ਮਹਾਰਾਜ ਕਹਿੰਦੇ ਭਾਈ ਸਿੱਧੋ, ਉਹ ਪੁਰਖ ਵਿਧਾਤਾ ਹੈ
ਜੋ ਜਨ ਨਾਮ ਨਿਰੰਜਨ ਰਤਾ। ਜਿਹੜਾ ਵਾਹਿਗੁਰੂ ਦੇ ਨਾਮ ਨਾਲ ਰਤਿਆ ਹੋਇਆ, ਨਾਨਕ ਸੋਈ ਪੁਰਖ ਵਿਦਾਤਾ। ਤੇ ਉਹਨਾਂ ਵਿੱਚੋਂ ਭਗਤ ਨਾਮਦੇਵ ਜੀ ਹੋਏ ਨੇ, ਸ਼ੀਂਬੇ ਸੀ ਸਾਧ ਸੰਗਤ ਜੀ। ਕੱਪੜੇ ਰੰਗਣ ਦਾ ਕੰਮ ਕਰਦੇ ਨੇ, ਅੰਦਰ ਪਰਮਾਤਮਾ ਦੀ ਭਗਤੀ ਨਾਲ ਰੰਗੇ ਹੋਏ ਨੇ, ਪਰਮੇਸ਼ਰ ਦੀ ਬੰਦਗੀ। ਤੋ ਇੱਕ ਦਿਨ ਕੀ ਹੋਇਆ, ਭਗਤ ਨਾਮਦੇਵ ਜੀ ਮਹਾਰਾਜ ਆਪਣੀ ਬਿਰਧ ਮਾਤਾ ਤੇ ਪਰਿਵਾਰ ਦੇ ਸਮੇਤ ਨਾ ਤੀਰਥ ਯਾਤਰਾ ਕਰਨ ਵਾਸਤੇ ਚਲੇ ਗਏ। ਪਿੱਛੋਂ ਭਗਤ ਨਾਮਦੇਵ ਦਾ ਜਿਹੜਾ ਗੁਆਂਢੀ ਸੀ, ਬੜਾ ਹੰਕਾਰੀ ਪੁਰਸ਼ ਸੀ, ਸ਼ਾਹੂਕਾਰ ਸੀ। ਤੋ ਮਾਇਆ ਦਾ ਹੰਕਾਰ ਹੋਈ ਜਾਂਦਾ ਨਾ, ਤਾਂ ਮਹਾਰਾਜ ਸਮਝਾਉਂਦੇ ਐ, ਧਨ ਭੂਮਿਕਾ ਜੋ ਕਰੇ ਗੁਮਾਨ। 3 ਦਰਜੇ ਦਿੱਤੇ ਆ ਮਹਾਰਾਜ ਗੁਰੂ ਪੰਚਮ ਪਾਤਸ਼ਾਹ ਗੁਰੂਦੇਵ ਨੇ। ਜਿਹੜਾ ਮਾਇਆ ਦਾ ਮਾਣ ਕਰੇ, ਭੂਮੀ ਦਾ ਮਾਣ ਕਰੇ, 3 ਸਰਟੀਫਿਕੇਟ ਦਿੰਦਾ ਬਾਪੂ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਮੂਰਖ ਹੈ ਉਹ, ਅੰਨਾ ਹੈ, ਅਗਿਆਨ ਹੈ, ਅਗਿਆਨਤਾ ਦਾ ਹਨੇਰਾ ਹੈ। ਅੱਖਾਂ ਕਰਕੇ ਵੀ ਅੰਨਾ ਹੈ, ਭਲੇ ਬੁਰੇ ਦੀ ਪਹਿਚਾਣ ਨਹੀਂ ਕਰਦਾ। ਦੇਖੋ, ਸੱਚ ਝੂਠ ਦਾ ਨਿਰਣਾ ਕਰਨਾ ਸਾਧ ਸੰਗਤ ਜੀ ਬੜਾ ਔਖਾ ਹੈ। ਇਹ ਭਗਤੀ ਵਾਲੇ ਗੁਰਸਿੱਖੀ, ਬੰਦਗੀ ਵਾਲੇ ਗੁਰਸਿੱਖੀ ਕਰ ਸਕਦੇ ਹੈ। ਸੱਚ ਝੂਠ ਦਾ ਨਿਰਣਾ ਕਰਨਾ, ਚੰਗੇ ਭਲੇ ਬੁਰੇ ਕੀ ਪੀਰ ਪਛਾਨਤ, ਭਲੇ ਬੁਰਿਆਂ ਨੂੰ ਜਾਣਨਾ। ਤੋ ਕਲਯੁਗ ਦਾ ਸਮਾਂ ਏ, ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੈ। ਤੋ ਮਹਾਰਾਜ ਸਮਝਾਉਂਦੇ ਐ, ਜਿਹੜਾ ਧਨ ਭੂਮ ਦਾ ਹੰਕਾਰ ਕਰੇ, ਸੋ ਮੂਰਖ ਅੰਧਾ ਅਗਿਆਨ। ਮੂਰਖ ਹੈ, ਅੰਨਾ ਹੈ, ਅਗਿਆਨਤਾ ਦੇ ਹਨੇਰੇ 'ਚ ਫਸਿਆ ਹੋਇਆ ਜੀਵ ਹੈ। ਬਾਬਾ ਨਾਮਦੇਵ ਜੀ ਯਾਤਰਾ ਕਰਨ ਚਲੇ ਗਏ। ਪਿੱਛੋਂ ਭਗਤ ਨਾਮਦੇਵ ਦਾ ਗੁਆਂਢੀ ਸੀ, ਜਿਹੜਾ ਸ਼ਾਹੂਕਾਰ ਸੀ। ਮਾਇਆ ਦਾ ਮਾਣ ਹੋਈ ਜਾਂਦਾ। ਮਹਾਰਾਜ ਸਮਝਾਉਂਦੇ ਆ, ਬੋਲ ਨਾ ਜਾਣਿਆ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੇ। ਮਾਇਆ ਦਾ ਨਸ਼ਾ ਬੜਾ ਭੈੜਾ ਹੈ ਸਾਧ ਸੰਗਤ ਜੀ। ਸਤਿਗੁਰੂ ਕਿਰਪਾ ਕਰੇ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ। ਇਹ ਨਿਮਰਤਾ ਬੜੀ ਕਠਿਨ ਹੈ ਨਾ, ਫਿਰ ਇਹ ਸਤਿਗੁਰਾਂ ਦੀ ਕਿਰਪਾ ਨਾਲ ਹੀ ਆਉਂਦੀ ਹੈ। ਇਹ ਸ਼ਾਹੂਕਾਰ ਨੇ ਕੀ ਕੀਤਾ, ਬਾਬੇ ਨਾਮਦੇਵ ਦੀ ਝੌਂਪੜੀ ਢਾਹ ਦਿੱਤੀ। ਕਹਿੰਦਾ ਇੱਥੇ ਮੈਂ ਹਵੇਲੀ ਬਣਾਉਣੀ ਹੈ ਬੜੀ ਸੁੰਦਰ। ਮਹਾਰਾਜ ਬਾਬਾ ਨਾਮਦੇਵ ਭਗਤ ਜੀ ਦੀ ਜਦੋਂ ਹਵੇਲੀ ਢਾਹ ਦਿੱਤੀ ਨਾ ਝੌਂਪੜੀ, ਤੇ ਸਾਧ ਸੰਗਤ ਜੀ ਤੇ ਸ਼ਾਹੂਕਾਰ ਹਵਾ ਬਣਾਉਣ ਲੱਗ ਗਿਆ ਹਵੇਲੀ, ਬੜਾ ਸੁੰਦਰ ਮਕਾਨ। ਇੱਧਰ ਜਦੋਂ ਮਹਾਰਾਜ ਬਾਬਾ ਨਾਮਦੇਵ ਜੀ ਭਗਤ ਜੀ ਯਾਤਰਾ ਕਰਕੇ ਆਏ ਨਾ ਵਾਪਸ, ਤੇ ਜਦੋਂ ਵੇਖਿਆ ਵੀ ਇੱਥੇ ਮੇਰੀ ਝੌਂਪੜੀ ਸੀ, ਇੱਥੇ ਘਰ ਸੀ ਮੇਰਾ, ਉੱਥੇ ਕੀ ਹੈ, ਅੱਜ ਹਵੇਲੀ ਬਣੀ ਹੋਈ ਹੈ, ਸੁੰਦਰ ਮਕਾਨ ਬੜਾ ਸੋਹਣਾ ਬਣਿਆ ਹੋਇਆ ਹੈ। ਉਹ ਸ਼ਾਹੂਕਾਰ ਨੂੰ ਮਹਾਰਾਜ ਭਗਤ ਨਾਮਦੇਵ ਕਹਿੰਦੇ ਵੀ, ਹੇ ਭਾਈ ਸ਼ਾਹੂਕਾਰੋ, ਇੱਥੇ ਮੇਰੀ ਝੌਂਪੜੀ ਤੂੰ ਢਾਹ ਦਿੱਤੀ ਹੈ। ਇਸੇ ਜਗ੍ਹਾ ਤੇ ਝੌਂਪੜੀ ਸੀ ਮੇਰੀ, ਤੂੰ ਢਾਹ ਕੇ ਹਵੇਲੀ ਬਣਾ ਲਈ ਹੈ। ਧਨ ਦਾ ਹੰਕਾਰ ਸੀ ਸਾਧ ਸੰਗਤ ਜੀ ਉਹਨੂੰ, ਸ਼ਾਹੂਕਾਰ ਨੂੰ। ਇਉਂ ਭਗਤ ਨਾਮਦੇਵ ਜੀ ਨੂੰ ਕਹਿੰਦਾ, ਮੈਂ ਤੇ ਇੱਥੇ ਹਵੇਲੀ ਬਣਾ ਲਈ ਹੈ, ਤੂੰ ਕਰ ਲੈ ਕੀ ਕਰਨਾ ਹੈ। ਕੀ ਕਰ ਲਏਗਾ ਤੂੰ, ਕੀ ਵਿਗਾੜ ਲਏਗਾ ਮੇਰਾ। ਤੇ ਜਦੋਂ ਸਾਧ ਸੰਗਤ ਮਾਇਆ ਦਾ ਨਸ਼ਾ ਹੋਵੇ ਨਾ, ਮਨੁੱਖ ਇੱਦਾਂ ਹੀ ਕਹਿੰਦਾ ਹੈ। ਸਵਾਮੀ ਸਤਿਗੁਰੂ ਜੀ ਸਮਝਾਉਂਦੇ ਹੈ, ਬੋਲ ਨਾ ਜਾਣੈ ਮਾਇਆ ਮਦ ਮਾਤਾ। ਮਦ ਨਾਮ ਹੈ ਨਸ਼ੇ ਦਾ, ਮਾਤਾ ਨਾਮ ਹੈ ਮਸਤੇ ਦਾ। ਉਹਨੂੰ ਬੋਲਣਾ ਨਹੀਂ ਆਉਂਦਾ ਜਿਹੜਾ ਮਾਇਆ ਦੇ ਨਸ਼ੇ ਵਿੱਚ ਮਸਤ ਹੋਵੇ, ਮਰਨਾ ਚੀਤ ਨਾ ਆਵੇ। ਇਸ ਕਰਕੇ ਸਮਝਾਉਂਦੇ ਆ, ਮਾਇਆ ਦੇਖਣਾ ਭੂਲ ਗਵਾਰਾ। ਇਹ ਕਮਲਿਆ, ਮਾਇਆ ਨੂੰ ਦੇਖ ਕੇ ਪਰਮਾਤਮਾ ਨੂੰ ਨਾ ਭੁੱਲ। ਸਮਝਾਉਂਦੇ ਆ ਮਹਾਰਾਜ ਬਾਣੀ ਦੁਆਰਾ। ਤੋ ਸਾਧ ਸੰਗਤ ਜੀ, ਭਗਵਾਨ ਪਰਮੇਸ਼ਰ ਦੀ ਦਾਤ ਹੈ। ਇਹ ਮਾਇਆ ਦਾ ਹੰਕਾਰ ਕਾਹਨੂੰ ਕਰਨਾ ਹੈ, ਧਨ ਦਾ ਹੰਕਾਰ, ਤਨ ਦਾ ਹੰਕਾਰ ਕਾਹਨੂੰ ਕਰਨਾ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਮਿੱਥ ਹੈ, ਝੂਠ ਹੈ।
ਤੇ ਝੂਠੀ ਗੱਲ ਹੋਵੇ ਨਾ ਉਹ ਬਹੁਤੀ ਛੇਤੀ ਅਸਰ ਕਰੇਗੀ। ਜੇ ਸੱਚੀ ਗੱਲ ਅਸਰ ਨਹੀਂ ਕਰਦੀ ਛੇਤੀ, ਝੂਠੀ ਗੱਲ ਹੋਵੇ, ਕੋਈ ਝੂਠੀ ਬਣਾਈ ਹੋਈ ਗੱਲ ਬਹੁਤ ਜਲਦੀ ਅਸਰ ਕਰਦੀ ਹੈ। ਤਾਂ ਦੇਖੋ ਮਾਇਆ ਝੂਠੀ ਹੈ ਨਾ, ਮਿਥਿਆ ਤਨ ਧਨ ਕੁਟੰਬ ਸਬਾਇਆ, ਬਹੁਤ ਜਲਦੀ ਅਸਰ ਇਹ ਪ੍ਰਭਾਵ ਪੈਂਦਾ ਮਨ ਤੇ ਮਾਇਆ ਦਾ। ਤੋ ਸਾਧ ਸੰਗਤ ਜੀ, ਉਹ ਜਦੋਂ ਭਗਤ ਨਾਮਦੇਵ ਜੀ ਕਹਿੰਦੇ ਸ਼ਾਹੂਕਾਰੋ, ਕਿਉਂ ਤੂੰ ਐਵੇਂ ਇਹ ਮਾਇਆ ਦੇ ਨਸ਼ੇ ਵਿੱਚ ਤੂੰ ਸਾਡਾ ਘਰ ਵੀ ਢਾਹ ਦਿੱਤਾ ਹੈ। ਤੇ ਸ਼ਾਹੂਕਾਰ ਕਹਿੰਦਾ ਵੀ ਤੂੰ ਕਰ ਲੈ ਕੀ ਕਰਨਾ, ਕੀ ਵਿਗਾੜ ਲਵੇਂਗਾ ਤੂੰ ਮੇਰਾ। ਭਗਤ ਜੀ ਨੂੰ ਇੱਦਾਂ ਬੋਲਿਆ। ਤਾਂ ਭਗਤ ਮਹਾਰਾਜ ਬਾਬਾ ਨਾਮਦੇਵ ਜੀ ਜਦੋਂ ਉੱਥੇ ਬਚਨ ਉਚਾਰਦੇ, ਉਹਦੇ ਹੰਕਾਰ ਨੂੰ ਵੇਖ ਕੇ ਸਮਝਾਉਂਦੇ ਆ ਫਿਰ ਪਵਿੱਤਰ ਬਾਣੀ ਦੁਆਰਾ। ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਜੀ ਸਗਲ ਜਹਾਨ ਹੈ। ਸਾਰੇ ਜਹਾਨ ਵਾਸਤੇ ਉਹ ਸਾਂਝਾ ਹੀ ਬਚਨ ਹੁੰਦਾ ਭਾਈ। ਤੇ ਬਚਨ ਉਚਾਰਦੇ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਦਾ ਮੰਗਲ ਕਰਦੇ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਲਿਖਵਾ ਰਹੇ ਨੇ ਭਾਈ ਗੁਰਦਾਸ ਜੀ ਤੋਂ, ਭਗਤ ਨਾਮਦੇਵ ਦੀ ਬਾਣੀ ਲਿਖਵਾ ਰਹੇ ਨੇ। ਪਰਮੇਸ਼ਰ ਦਾ ਮੰਗਲ ਕੀਤਾ, ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਇੱਕ ਹੈ, ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਸ਼ਰੀਕ ਨਹੀਂ ਹੈ ਪਰਮਾਤਮਾ ਦਾ, ਉਹਦੇ ਵਰਗਾ ਉਹ ਆਪ ਹੀ ਹੈ। ਸੱਚੇ ਪਾਤਸ਼ਾਹ ਸਮਝਾਉਂਦੇ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹਦੀ ਜੋਤ ਸਾਰਿਆਂ ਦੇ ਅੰਦਰ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਜੋਤ ਨਾਲ ਹੀ ਤੁਰੇ ਫਿਰਦੇ ਆ ਨਾ ਆਪਾਂ। ਜਦੋਂ ਜੋਤ ਚਲੇਗੀ ਤੇ ਮਨੁੱਖ ਮਿੱਟੀ ਦੀ ਢੇਰੀ ਹੈ। ਆਤਮਾ ਰੂਪ ਹੋ ਕੇ ਪਰਮਾਤਮਾ ਸਾਰਿਆਂ ਵਿੱਚ ਰਵਿਆ ਹੋਇਆ ਹੈ। ਸਤਿਗੁਰ ਪ੍ਰਸਾਦ, ਸਤ ਤਿੰਨਾਂ ਕਾਲਾਂ ਵਿੱਚ ਸੱਚਾ ਹੈ। ਗੁਰ ਗੁਰੂ ਸਰੂਪ ਹੈ, ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਦਾ ਚਾਨਣ ਦੇਣ ਵਾਲਾ ਹੈ। ਪ੍ਰਸਾਦ ਕਿਰਪਾ ਸਰੂਪ ਹੈ, ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ, ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ, ਜਿਹੜਾ ਭਗਵਾਨ ਹੈ। ਜਿੰਨਾ ਚਿਰ ਗੁਰੂ ਨੂੰ ਨਹੀਂ ਮਿਲਦਾ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਜੇ ਨਦਰ ਹੋਵੇਗੀ ਪਰਮਾਤਮਾ ਦੀ ਤਾਂ ਹੀ ਗੁਰੂ ਨਾਲ ਮਿਲੇਗਾ, ਤੇ ਗੁਰੂ ਤੈਨੂੰ ਭਗਵਾਨ ਪਰਮੇਸ਼ਰ ਨਾਲ ਮਿਲਾ ਦੇਵੇਗਾ, ਨਿਰਗੁਣ ਸਰੂਪ ਨਾਲ ਮਿਲਾ ਦੇਵੇਗਾ ਤੈਨੂੰ। ਕਿਉਂ ਸਮਝਾਉਂਦੇ ਆ ਮਹਾਰਾਜ। ਅੱਗੇ ਬਚਨ ਕਰਦੇ ਨੇ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ। ਮਹਾਰਾਜ ਕਹਿੰਦੇ ਸ਼ਾਹੂਕਾਰੋ, ਗਹਿਰੀ ਕਰਕੇ ਨੀਵ ਖੁਦਾਈ, ਬੜੀ ਗਹਿਰੀ ਤੂੰ ਨਿਉ ਪਟਵਾਉਣੀ ਕੀਤੀ ਹੈ, ਖੁਦਾਈ ਖੁਦਵਾਉਣੀ ਕੀਤੀ ਹੈ। ਕਿਉਂ? ਉੱਪਰ ਮੰਡਪ ਛਾਏ, ਉੱਪਰ ਮੈਂ ਮੰਡਪ ਭਾਵ ਮਹਿਲ ਮਾੜੀਆਂ ਸੋਹਣੀਆਂ ਪਾ ਲਾਂ। ਭਗਤ ਜੀ ਕਹਿੰਦੇ ਸ਼ਾਹੂਕਾਰ, ਮੇਰੀ ਝੌਂਪੜੀ ਢਾਹ ਕੇ, ਘਰ ਢਾਹ ਕੇ ਤੂੰ ਭਾਵੇਂ ਸੋਹਣਾ ਮਕਾਨ ਬਣਾਇਆ ਹੈ। ਗਹਿਰੀ ਕਰਕੇ ਨੀਵ ਖੁਦਾਈ, ਬੜੀ ਡੂੰਘੀ ਤੋਂ ਨਿਉ ਪਟਵਾਉਣੀ ਕੀਤੀ ਹੈ। ਉੱਪਰ ਸੁੰਦਰ ਮਕਾਨ ਪਾ ਲਿਆ। ਆਪਾਂ ਵੀ ਘਰ ਪਾਉਣੇ ਆ, ਮਕਾਨ ਕੋਠੀ ਪਾਉਣੇ ਆ। ਮਿਸਤਰੀ ਨੂੰ ਕਹਿੰਦੇ ਵੀ ਮਿਸਤਰੀ ਸਿੰਘ ਨਿਉ ਮਜ਼ਬੂਤ ਹੋਵੇ, ਇਹ ਸਾਲਾਂ ਬੱਧੀ ਵਾਲਾ ਕੰਮ ਹੈ। ਤੋ ਭਗਤ ਨਾਮਦੇਵ ਜੀ ਕਹਿੰਦੇ ਸ਼ਾਹੂਕਾਰ ਨੂੰ, ਕਹਿੰਦੇ ਤੂੰ ਬੜੀ ਨਿਉ ਡੂੰਘੀ ਪਟਵਾਈ ਹੈ, ਉੱਪਰ ਸੁੰਦਰ ਮਕਾਨ ਮਹਿਲ ਪਾ ਲਿਆ। ਪਰ ਕਹਿੰਦੇ ਭਗਤ ਜੀ ਕਹਿੰਦੇ, ਹੇ ਸ਼ਾਹੂਕਾਰ, ਮਾਰ ਕੰਢੇ ਤੇ ਕੋ ਅਧਕਾਈ। ਇੱਕ ਮਾਰ ਕੰਢਾ ਲਿਖੀ ਹੋਇਆ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਮਾਰ ਕੰਢੇ ਲਿਖੀ ਦਾ। ਇਹ ਮਾਰ ਕੰਢਾ ਜਿਹੜਾ ਲਿਖੀ ਹੋਇਆ ਨਾ ਸਾਧ ਸੰਗਤ ਜੀ, ਬਹੁਤ ਵੱਡੀ ਆਰਜਾ ਵਾਲਾ ਸੀ। ਇਹ ਬਹੁਤ ਲੰਬੀ ਉਮਰ ਸੀ ਇਹਦੀ, ਵੱਡੀ ਆਰਜਾ ਵਾਲਾ ਸੀ। ਇਹ ਉਮਰ ਬੜੀ ਲੰਬੇਰੀ ਸੀ ਮਾਰ ਕੰਢੇ ਲਿਖੀ ਦੀ। ਉਹਦੇ ਵਿੱਚ ਇੱਕ ਗੁਣ ਸੀ ਸਾਧ ਸੰਗਤ ਦੀ। ਗੁਣ ਇਹ ਸੀ ਵੀ ਸਾਰੀ ਉਮਰ ਕਾਨਿਆਂ ਦੀ ਕੁੱਲੀ ਵਿੱਚ ਗੁਜ਼ਾਰੀ ਹੈ ਉਹਨੇ। ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਭਜਨ ਕਰਨ ਵਾਲਾ ਸਾਧੂ ਸੀ, ਬੰਦਗੀ ਕਰਨ ਵਾਲਾ ਸਾਧੂ। ਤਾਂ ਸਾਰੀ ਉਮਰ ਵੇਖੋ ਉਹਨੇ ਕੱਖਾਂ ਦੀ ਕੁੱਲੀ 'ਚ ਲੰਘਾ ਦਿੱਤੀ, ਕੱਖਾਂ ਦੀ ਕੁੱਲੀ ਵਿੱਚ। ਤੇ ਕਹਿੰਦੇ ਨੇ ਭਾਈ ਗੁਰਦਾਸ ਜੀ ਦੀ ਬਚਨ ਹੈ, ਭਾਈ ਗੁਰਦਾਸ ਜੀ ਦਾ,
ਕਰਨ ਤਪੱਸਿਆ ਬਨ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਲੱਖ ਵਰਿਆਂ ਦੀ ਆਰਜਾ, ਭਾਈ ਗੁਰਦਾਸ ਜੀ ਸਮਝਾਉਂਦੇ ਹੈ। ਮਾਰ ਕੰਡੇ ਦੀ ਲੱਖਾਂ ਵਰਿਆਂ ਦੀ ਉਮਰ ਸੀ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਗੱਲ ਦੀ ਹਾਮੀ ਭਰੀ ਹੈ। ਸੱਚੇ ਪਾਤਸ਼ਾਹ ਕਹਿੰਦੇ ਮਾਰ ਕੰਡੇ ਤੇ ਕੋ ਅਧਿਕਾਈ, ਲੱਖ ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਡਪ ਸਾਜੇ। ਲੱਖਾਂ ਵਰਿਆਂ ਦੀ ਉਮਰ ਸੀ ਤਾਂ ਵੀ ਕੋਈ ਸੁੰਦਰ ਮਕਾਨ ਨਹੀਂ ਪਾਇਆ। ਕੱਖਾਂ ਦੀ ਕੁੱਲੀ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ। ਤੋ ਜਿਹਨੂੰ ਸੰਸਾਰ ਨਾਲ ਮੋਹ ਨਹੀਂ ਨਾ ਹੋਏਗਾ, ਤੋ ਨਿਰੰਕਾਰ ਨਾਲ ਮੋਹ ਉਹਦੇ ਅੰਦਰ ਪੈਦਾ ਹੁੰਦਾ ਹੈ। ਤਾਂ ਸਮਝਾਉਂਦੇ ਹੈ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਇਹ ਸੰਸਾਰ ਕਾਹਦੇ 'ਚ ਸੁੱਤਾ ਹੈ? ਤਿੰਨਾਂ ਗੁਣਾਂ ਦੇ ਵਿੱਚ। ਤ੍ਰਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਭਰਮ ਦੇ ਵਿੱਚ ਸੁੱਤਿਆ ਹੋਇਆ। ਸਾਰਾ ਕੁਝ ਛੱਡ ਕੇ ਦੁਨੀਆ ਤੋਂ ਚਲੇ ਜਾਣਾ ਤਾਂ ਵੀ ਭਰਮ ਵਿੱਚ ਪੈ ਗਿਆ। ਮੈਂ ਤੇ ਅਮਰ ਹਾਂ, ਮੈਂ ਤੇ ਸਦਾ ਵਾਸਤੇ ਰਹਿਣਾ ਹੈ। ਮਹਾਰਾਜ ਸੁਆਮੀ ਤੇ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਵ ਘਟੈ ਤਨ ਛੀਜੈ। ਦਿਨ ਤੇ ਦਿਨ, ਪਹਿਰ ਤੇ ਪਹਿਰ ਤੇਰੀਆਂ ਇਹ ਜੋ ਕਰੀਆਂ ਨੇ, ਤਾਂ ਮਹਾਰਾਜ ਕਹਿੰਦੇ ਸਵਾਸ ਤੇਰੇ ਘਟ ਰਹੇ ਨੇ। ਤਨ ਛੀਜੈ, ਤਨ ਤੇਰਾ ਕਮਜ਼ੋਰ ਹੋ ਰਿਹਾ। ਦਿਨੋਂ ਦਿਨ ਤੂੰ ਮੌਤ ਦੇ ਮੂੰਹ 'ਚ ਪਰ ਭਰਮ ਵਿੱਚ ਪੈ ਗਏ ਆ। ਇਹ ਮਾਇਆ ਭਰਮ ਭੁਲਾਹੇਗਾ। ਮਾਇਆ ਨੇ ਆਪਣੇ ਭਰਮ 'ਚ ਹੀ ਭੁਲਾਤਾ। ਕਿਵੇਂ ਭਰਮ 'ਚ ਪੈ ਗਏ? ਸੱਚ ਨੂੰ ਨਹੀਂ ਜਾਣਿਆ। ਸੱਚ ਕੀ ਹੈ? ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਝੂਠ ਹੈ ਸੰਸਾਰ। ਇਹ ਰਚਨਾ ਜੋ ਬਣੀ ਹੈ ਮਾਇਆ ਹੈ। ਤੇ ਮਾਇਆ ਦੇ ਭਰਮ ਦੇ ਵਿੱਚ ਪੈ ਕੇ ਮਨੁੱਖ ਭੁੱਲ ਗਿਆ। ਅੱਜ ਕਹਿੰਦੇ ਨੇ ਮਾਰ ਕੰਡੇ ਦੀ ਬੜੀ ਉਮਰ ਹੋਈ ਹੈ, ਬੜੀ ਲੰਮੀ ਉਮਰ ਵਾਲਾ ਸੀ ਸਾਧ ਸੰਗਤ ਜੀ। ਉਹਦੇ ਤੋਂ ਵੱਡਾ ਕੋਈ ਉਮਰ ਵਾਲਾ ਨਹੀਂ ਹੋਇਆ। ਗੁਰਬਾਣੀ ਨੇ ਸਪਸ਼ਟ ਆਖਿਆ। ਤੇ ਕਹਿੰਦੇ ਨੇ ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਬਲਾਏ। ਪਰ ਕੀ ਕੀਤਾ ਉਹਨੇ? ਮੂੰਡ ਸਿਰ ਨੂੰ ਕਹਿੰਦੇ ਐ। ਕਹਿੰਦੇ ਉਹਨੇ ਆਪਣੇ ਸਿਰ ਤੇ ਨਾ ਘਾਹ ਦਾ ਪੂਲਾ ਰੱਖ ਕੇ ਕਈ ਸਾਲ ਬਤੀਤ ਕੀਤੇ। ਕਈ ਸਾਲ ਐਸਾ ਇੱਕ ਲਿਖੀ ਹੋਇਆ ਹੈ। ਤਾਂ ਵੇਖੋ ਅਸੀਂ ਘਰਾਂ ਵਿੱਚ ਰਹਿ ਕੇ, ਕੋਠੀਆਂ ਵਿੱਚ ਰਹਿ ਕੇ ਮਾਣ ਕਰੀ ਜਾਂਦੇ ਆ। ਕੈਸਾ ਰਿਖੀ ਹੋਣਾ ਆ, ਜਿਹਦੀ ਗੱਲ ਦੀ ਹਾਮੀ ਵੀ, ਜਿਸ ਰਿਖੀ ਦਾ ਨਾਮ ਵੀ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਲੈਂਦੇ ਐ। ਕੈਸਾ ਭਜਨੀਕ ਸਾਧੂ ਹੋਵੇਗਾ। ਤਾਂ ਵੇਖੋ ਵਿਰਾਗ ਕਿੰਨਾ ਹੈ। ਵਿਰਾਗ ਤੋਂ ਬਿਨਾ ਪਿਆਰ ਨਹੀਂ ਹੈ। ਜਿੱਥੇ ਵਿਰਾਗ ਨਹੀਂ ਨਾ, ਪ੍ਰੇਮ ਨਹੀਂ ਹੋਵੇਗਾ। ਕਾਹਦਾ ਪ੍ਰੇਮ ਹੈ ਜੇ ਵਿਰਾਗ ਹੀ ਨਹੀਂ? ਉਹ ਝੂਠਾ ਪ੍ਰੇਮ ਹੈ ਉਹ, ਜਿੱਥੇ ਵਿਰਾਗ ਨਹੀਂ ਹੈ। ਜੇ ਵਿਰਾਗ ਹੈ ਤੇ ਪ੍ਰੇਮ ਹੈ, ਤੇ ਜੇ ਪ੍ਰੇਮ ਹੈ ਤਾਂ ਮਿਲਣਾ ਵੀ ਤੈਅ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪਰਉ ਪਾਇਓ। ਇਹ ਸੱਚਾ ਪ੍ਰੇਮ ਤੇ ਉਹੀ ਹੈ ਨਾ ਜਿੱਥੇ ਵਿਰਾਗ ਹੋਵੇਗਾ। ਜਿੱਥੇ ਵਿਰਾਗ ਹੀ ਨਹੀਂ ਹੈ ਤੇ ਪ੍ਰੇਮ ਨਹੀਂ ਹੈ। ਝੂਠਾ ਪ੍ਰੇਮ ਹੈ ਉਹ, ਨਾਸ਼ਵੰਤ ਪ੍ਰੇਮ ਹੈ ਉਹ। ਸਤਿਗੁਰੂ ਮਹਾਰਾਜ ਕਹਿੰਦੇ ਜੇ ਵਿਰਾਗ ਹੈ ਤੇ ਤਾਂ ਹੀ ਤੂੰ ਪ੍ਰਭੂ ਵਾਲੇ ਪਾਸੇ ਆਏਗਾ। ਵਿਰਾਗ ਨਹੀਂ ਨਾ ਆਇਆ ਤੇ ਪ੍ਰਮਾਤਮਾ ਦੇ ਰਸਤੇ ਤੇ ਚੱਲ ਨਹੀਂ ਸਕੇਗਾ। ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਇੱਕ ਅਵਘਟ ਘਾਟੀ ਰਾਮ ਕੀ ਤਹਿ ਚੜ ਰਹਿਓ ਕਬੀਰ। ਰਸਤਾ ਤੇ ਭਾਵੇਂ ਔਖਾ ਹੈ, ਪਰ ਭਾਈ ਇਸੇ ਰਸਤੇ ਤੇ ਭੀੜ ਬੜੀ ਘੱਟ ਹੈ। ਇਸੇ ਰਸਤੇ ਤੇ ਮਹਾਂਪੁਰਖ ਮਹਾਤਮਾ ਜਾਣੀ ਜਾਂਦੇ ਹੈ। ਕਿਉਂਕਿ ਤੀਹ ਗੁਣੀ ਸੰਸਾਰ ਭ੍ਰਮ ਸੁੱਤਾ। ਸੰਸਾਰ ਤੇ ਮਾਇਆ 'ਚ ਸੁੱਤਿਆ ਹੋਇਆ ਏ। ਇਹ ਸੰਸਾਰ ਤੇ ਮਾਇਆ ਭਰਮ ਭੁਲਾਹੇਗਾ। ਤਿੰਨਾਂ ਗੁਣਾਂ ਵਿੱਚ ਸੁੱਤਾ ਹੋਇਆ ਹੈ। ਇਹ ਸੰਸਾਰ ਤੇ ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਹੈ। ਅਗਿਆਨਤਾ ਦੇ ਹਨੇਰੇ 'ਚ ਸੁੱਤਾ ਹੈ। ਤੋ ਸਾਧ ਸੰਗਤ ਜੀ, ਕਬੀਰ ਜੀ ਕਹਿੰਦੇ ਹੈ ਤੇ ਔਖਾ ਰਸਤਾ ਹੈ ਪਰਮਾਤਮਾ ਦੇ ਮਾਰਗ ਦਾ, ਪਰ ਇਸ ਰਸਤੇ ਤੇ ਕੇਵਲ ਮਹਾਂਪੁਰਖ ਹੀ ਜਾਂਦਾ ਹੈ। ਮਹਾਂਪੁਰਖ। ਤੋ ਜਿਹੜਾ ਮਾਰ ਕੰਡਾ ਰਖੀ ਹੋਇਆ, ਬੜੀ ਲੰਮੀ ਉਮਰ ਵਾਲਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਣ ਤ੍ਰਿਣ ਧਰ ਮੂੰਡ ਬਲਾਏ। ਆਪਣੇ
ਸਿਰ ਉੱਪਰ ਰੱਖ ਕੇ ਘਾਹ ਦਾ ਪੂਲਾ ਹੀ ਕਈ ਸਾਲ ਲੰਘਾ ਦਿੱਤੇ। ਤੇ ਜਦੋਂ ਇਉਂ ਬਚਨ ਕੀਤਾ ਨਾ ਬਾਬਾ ਨਾਮਦੇਵ ਜੀ ਮਹਾਰਾਜ ਨੇ, ਉਹ ਸ਼ਾਹੂਕਾਰ ਰੁੱਖੇ ਜਿਹੇ ਸ਼ਬਦਾਂ ਵਿੱਚ ਕਹਿਣ ਲੱਗਾ, ਕਹਿੰਦਾ ਜਾ ਨਾਮਦੇਵ ਦੱਸ ਦੀ ਤੂੰ ਜਿਹਨੂੰ ਦੱਸਣਾ, ਮੈਂ ਨਹੀਂ ਕਿਸੇ ਤੋਂ ਡਰਦਾ। ਬੁਲਾ ਲਾ ਜਿਹੜਾ ਤੂੰ ਆਪਣਾ ਮਿੱਤਰ ਬੁਲਾਉਣਾ ਹੈ, ਮੈਂ ਕਿਸੇ ਤੋਂ ਨਹੀਂ ਡਰਦਾ। ਇਹ ਮਾਇਆ ਦਾ ਨਸ਼ਾ ਬੋਲਦਾ ਹੁੰਦਾ ਨਾ, ਬੋਲ ਨਾ ਜਾਣੇ ਮਾਇਆ ਮਦ ਮਾਤਾ। ਤੋ ਭਗਤਾਂ ਦਾ ਆਸਰਾ ਕਿਹੜਾ ਹੈ? ਭਗਤ ਫਿਰ ਚੇਤੇ ਕਰਦੇ ਨੇ ਭਗਵਾਨ ਪਰਮੇਸ਼ਰ ਨੂੰ। ਦੁਨੀਆ ਨੂੰ ਮਿੱਤਰ ਨਹੀਂ ਬਣਾਉਂਦੇ, ਕਿਉਂਕਿ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ। ਜਿੱਥੈ ਲੇਖਾ ਮੰਗੀ ਹੈ ਤਿੱਥੈ ਖੜੇ ਦੇ ਸਨ। ਭਗਤ ਪਿਆਰੇ ਸੱਜਣ ਬਣਾਉਂਦੇ ਨੇ ਮਹਾਂਪੁਰਖਾਂ ਅਭਿਆਸੀਆਂ ਭਗਤਾਂ ਸੰਤਾਂ ਨੂੰ। ਤਨਲੀਆ ਅੰਚਲ ਲਾਏ ਏਕ ਜੋ ਸਾਧੂ ਮੋਹ ਮਿਲਿਓ। ਉਹ ਸਾਧੂ ਨੂੰ ਆਪਣਾ ਮਿੱਤਰ ਬਣਾਉਣਗੇ, ਪਰਮਾਤਮਾ ਨੂੰ ਆਪਣਾ ਮਿੱਤਰ ਬਣਾਉਂਦੇ ਹੈ। ਜਦੋਂ ਆਖਿਆ ਨਾ ਸ਼ਾਹੂਕਾਰ ਨੇ, ਕਹਿੰਦਾ ਨਾਮਦੇਵ ਬੁਲਾ ਲੈ ਤੂੰ ਕਿਹਨੂੰ ਬੁਲਾਉਣਾ, ਆਪਣੇ ਦੋਸਤ ਮਿੱਤਰ ਨੂੰ। ਤੇ ਬਾਬਾ ਨਾਮਦੇਵ ਜੀ ਕਹਿੰਦੇ ਵੀ ਹੇ ਸ਼ਾਹੂਕਾਰ, ਮੇਰਾ ਮਿੱਤਰ ਪਤਾ ਕੌਣ ਹੈ? ਹਮਰੋ ਕਰਤਾ ਰਾਮ ਸਨੇਹੀ। ਕਹਿੰਦੇ ਜਿਹੜਾ ਮੇਰਾ ਮਿੱਤਰ ਹੈ ਰਾਮ ਰਮਿਆ ਹੋਇਆ ਪਰਮੇਸ਼ਰ ਹੈ। ਕਰਤਾ ਇਸ ਉਹ ਦੁਨੀਆ ਦਾ ਕ੍ਰੀਏਟਰ ਹੈ, ਕਰਨਹਾਰ ਹੈ, ਦੁਨੀਆ ਨੂੰ ਸਾਜਣ ਵਾਲਾ ਉਹ ਹੈ ਮੇਰਾ ਮਿੱਤਰ ਸਨੇਹੀ। ਬੜਾ ਪਿਆਰਾ ਮਿੱਤਰ ਹੈ, ਬੜਾ ਪਿਆਰਾ ਮਿੱਤਰ ਹੈ। ਕਹਿੰਦੇ ਨਾਮਦੇਵ ਜੀ ਕਹਿੰਦੇ ਸ਼ਾਹੂਕਾਰ ਦੁਨੀਆ ਦੇ ਮਿੱਤਰਾਂ ਨੂੰ ਮੈਂ ਮਿੱਤਰ ਨਹੀਂ ਜੇ ਮੰਨਦਾ। ਸਤਿਗੁਰ ਸੱਜਣ ਮਿਲਿਆ ਉਹ ਹੈ ਮੇਰਾ ਮਿੱਤਰ, ਰਮਿਆ ਹੋਇਆ ਪਰਮੇਸ਼ਰ। ਤੇ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਪਰਮਾਤਮਾ ਨੂੰ ਪਰਮਾਤਮਾ ਰਵਿਆ ਹੋਇਆ ਨਾ ਹਰੇਕ ਥਾਵਾਂ 'ਤੇ ਪਰਿਪੂਰਨ ਹੈ। ਤਾਂ ਜਿੱਥੇ ਵੀ ਤੂੰ ਚੇਤੇ ਕਰੇਗਾ ਉੱਥੇ ਹੀ ਪਰਮਾਤਮਾ ਮਿੱਤਰ ਬਣ ਕੇ ਸਹਾਇਤਾ ਕਰੇਗਾ। ਮਿੱਤਰ ਬਣ ਕੇ ਤੂੰ ਚੇਤੇ ਤੇ ਕਰ ਲੈ ਪਹਿਲਾਂ। ਪਰ ਪੱਲਾ ਅਸੀਂ ਪਹਿਲਾਂ ਦੁਨਿਆਵੀ ਤੌਰ 'ਤੇ ਦੁਨੀਆ ਦਾ ਪੱਲਾ ਫੜਦੇ ਹਾਂ। ਜੇ ਦੁਨੀਆ ਸਾਥ ਛੱਡ ਦੇਵੇ ਫਿਰ ਮਾਇਆ, ਅਤੇ ਜੇ ਮਾਇਆ ਵੀ ਕੰਮ ਨਾ ਆਵੇ ਫਿਰ ਕਿਤੇ ਜਾ ਕੇ ਅਕਾਲ ਪੁਰਖ ਕੋਲ ਪਹੁੰਚਦੇ ਹਾਂ ਵੀ ਮਹਾਰਾਜ ਹੁਣ ਤੂੰ ਹੀ ਹੈ, ਅਤੇ ਪਹਿਲਾਂ ਹੀ ਉਹਦੇ ਪੱਲੇ ਫੜ ਲਓ ਭਾਈ। ਤਾਂ ਮਹਾਰਾਜ ਤੇ ਇਹ ਵੀ ਕਹਿੰਦੇ ਆ ਸੱਚੇ ਪਾਤਸ਼ਾਹ, ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ। ਕੋਈ ਨਹੀਂ ਕਿਸੇ ਦਾ ਆਸਰਾ ਬਣਦਾ ਇੱਥੇ, ਉਹ ਭਾਵੇਂ ਜਨਮ ਦੇਣ ਵਾਲੀ ਮਾਂ ਵੀ ਕਿਉਂ ਨਾ ਹੋਵੇ। ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ। ਕੋਈ ਨਹੀਂ ਕਿਸੇ ਦਾ ਆਸਰਾ ਬਣਦਾ। ਐਸਾ ਕੋਈ ਜੇ ਬਿਪਤਾ ਦਾ ਸਮਾਂ ਆਣ ਪਵੇ ਤਾਂ ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਗ ਭੇ ਭਾਜ ਖਲੇ। ਸਭੋ ਭਜੇ ਆਸਰਾ ਚੁੱਕੇ ਸਭ ਸਰਾਓ। ਜਿਤਾਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਓ। ਤਾਂ ਮਹਾਰਾਜ ਸਮਝਾਉਂਦੇ ਹੈ ਪਰਮਾਤਮਾ ਦਾ ਆਸਰਾ ਤੱਕਣਾ ਕਰ। ਜੇ ਕੋਈ ਬਿਪਤਾ ਦਾ ਸਮਾਂ ਵੀ ਆਣ ਪਵੇ, ਬਿਪਤਾ ਦਾ ਸਮਾਂ ਵੀ ਆਵੇ, ਤੋ ਦੁਨੀਆ ਦਾ ਆਸਰਾ ਮਾਇਆ ਦਾ ਆਸਰਾ ਨਾ ਤੱਕੀ। ਇਹ ਝੂਠੇ ਆਸਰੇ ਹੈ। ਮਹਾਰਾਜ ਕਹਿੰਦੇ ਸ਼ਾਹੂਕਾਰ ਜਿਹੜਾ ਮੇਰਾ ਮਿੱਤਰ ਹੈ ਨਾ ਉਹ ਬੜਾ ਪ੍ਰੇਮ ਕਰਨ ਵਾਲਾ ਪ੍ਰਮਾਤਮਾ ਹੈ, ਸਨੇਹੀ। ਹਮਰੋ ਕਰਤਾ ਰਾਮ ਸਨੇਹੀ, ਰਮਿਆ ਹੋਇਆ ਪਰਮੇਸ਼ਰ ਹੈ ਤੇ ਬੜਾ ਮੈਨੂੰ ਪ੍ਰੇਮ ਕਰਦਾ ਹੈ। ਕਾਹੇ ਰੇ ਨਰ ਗਰਭ ਕਰਤ ਹੋ। ਕਾਹੇ ਰੇ ਨਰ ਗਰਭ ਸ਼ੁੱਧ ਉਚਾਰਨ ਬੱਬੇ ਨਾਲ ਹੈ ਗਰਭ। ਗਰਭ ਨਹੀਂ ਕਹਿਣਾ, ਗਰਭ ਆਖੋਗੇ ਫਿਰ ਉਹਦਾ ਭਾਵ ਹੈ ਪੇਟ। ਗਰਭ ਕਹਿਣਾ ਹੈ, ਥੋੜਾ ਪੋਲਾ ਬੋਲਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹੇ ਮਨੁੱਖੋ ਕਿਉਂ ਗਰਭ ਕਰਦਾ ਹੈ, ਕਿਉਂ ਮਾਣ ਕਰਦਾ ਹੈ, ਕਿਉਂ ਹੰਕਾਰ ਕੀਤਾ ਮਾਇਆ ਦਾ, ਕਿਉਂ ਸਰੀਰ ਦਾ ਮਾਣ ਕਰਦਾ, ਕਿਉਂ ਸੁੰਦਰ ਸਰੂਪ ਦਾ ਮਾਣ ਕੀਤਾ ਹੈ, ਕਿਉਂ ਪਰਿਵਾਰ ਦਾ ਮਾਣ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਮਹਾਰਾਜ ਕਬੀਰ ਜੀ ਕਹਿੰਦੇ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਵਣੈ ਸੁਖ ਪਾਇਆ। ਕਿਉਂ ਮਾਣ ਕਰਦਾ ਹੈ? ਪੁੱਤਰਾਂ ਕਲੱਤਰਾਂ ਲਛਮੀ ਮਾਇਆ ਤੋਂ ਕਿਸੇ ਨੇ ਸੁੱਖ ਨਹੀਂ ਪਾਉਣਾ ਕੀਤਾ। ਇਹ ਸਭ ਨਾਸ਼ਵੰਤ ਹੈ। ਅੰਤ ਵੇਲੇ ਭਾਈ ਇਹ ਦੁਖਦਾਈ ਹੁੰਦੇ ਹੈ। ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ।
विच ना कोई कर सकै किस थै रोवै रोज। विच भाव कोई विचोला नहीं बनेगा परलोक दे विच। महाराज कहंदे किस थै रोवै रोज। हुण जाके रोना आंढी गुआंढी कोल, अपने धी भैन भरा कोल, मेरे नाल बड़ा बुरा हो गया, मेरे नाल इदां हो गया। तो सतगुरु कहंदे जदों ये लोक छड्ड के परलोक विच जावेंगा उदों फिर तेरा कौन विचोला है। किस थै रोवै रोज, कित्थे रोवेंगा जाके, कोई नहीं है उत्थे तेरा। सच्चे पातशाह जी समझाउंदे है महाराज बाणी द्वारा। सतगुरु कहंदे भाई हे शाहूकार, काहे रे नर गर्व करत हो, क्यों तू मान कीता एवें झूठा। बिन सजाए झूठी देही, ये जेरी तेरी देह है ना, शरीर है, झूठी है, बिन सजाए की। तां महाराज समझाउंदे है देह की है कागज दे वांग है। देह नूं कागज समझो, कागज जिवें महाराज कबीर जी कहंदे कागज ते पानी पैण करके कागज गल जांदा है ना, ते जिहड़ा शरीर है कागज वांग है। मौत रूपी पानी पै गया, काल रूपी पानी पै गया, ये शरीर रूपी कागज ने गल जाना है। तो समझाउंदे है कागज ज्यों गल जाहेगा, धन जोबन का गर्भ ना कीजै। धन दा जोबन दा मान ना करो। सच्चे पातशाह कहंदे इवें गलेगा जिवें कागज गलदा है पानी पैण करके। महाराज बाबा नामदेव जी अज मुख वाक विच उचारण समझाउंदे है सानू। अमृत वेले महाराज ने पवित्र हुक्मनामे बख्शे है। तो स्वामी जी बचन करदे ने क्यों मान कीता अपनी झूठी देही दा। दे किते सदा वास्ते रहिंदी है। दादे पड़दादे साडे जिहड़े सदा वास्ते रहे है, नहीं भाई। समय पैण ते सारिਆਂ ने दुनिया तो चले जाना है। क्यों फरमान करना है, क्यों हंकार करना है झूठे माया दा। ते सच्चे पातशाह महाराज कहंदे एवें मान ना करी। ते जदों इउं महाराज भगत नामदेव जी ने आ बचन कीते ना भी हे शाहूकार एवें मान ना कर, मान ना करें भी। ते फिर अगे बचन उचारदे है, समझाउंदे है क्यों नहीं मान करना। रहाओ विश्राम दे के समझाउंदे, बचन उचारदे महाराज। मेरी मेरी कैरों करते इंद्रजोधन से पाई। महाराज कहंदे शाहूकारो दुनिया ते तेरे तो तू तो शाहूकार है ना, एक भोरा कमाया तेरे पास। दुनिया ते बड़े बड़े प्रतापी राजे भी होए ने दुर्योधन वर्गे, जिन्हां दे पास धन दौलत बड़ा सी, बड़ी माया सी उन्हां पास, बड़ा धन पदार्थ सी। आखण लगे ने मेरी मेरी करदे वो भी चले गए दुनिया तो। की होया? द्वापर युग की गल है। द्वापर युग के अवतार होए ने महाराज भगवान श्री कृष्ण जी। जदों पांडव जुए च हार गए ना, सब कुछ जुआ खेड रहे सी पांडव कौरवां दे नाल, सब कुछ हार गए पांडव। ते की कीता? राज भाग भी चलिया गया, सारा कुछ दाह ते ला दिता युधिष्ठिर ने। तो जदों साध संगत जी सब कुछ हार गए ना, हार के वो समय फिर भगवान श्री कृष्ण जी आए। भगवान जी कहंदे दुर्योधना तू वड्डा है इन्हां तो भावें, ठीक है तेरे भरा ने पांडव, तू इदां कर भावें के पांडव हार गए ने सब कुछ जुए दे विच, ते तू 5 पैंडी दे दे इन्हां नूं पांडवां नूं भरावां नूं अपणिआं नूं, 5 पिंडां 'च ही गुजारा कर लिया करनगे। दुर्योधन नूं आख्या महाराज भगवान श्री कृष्ण जी ने समय दे अवतार है, सतपुरुष ने, 16 कला संपन्न ने। तो जदों महाराज इउं आखदे ना दुर्योधन नूं हंकार दे सहित कहंदा श्री कृष्ण जी नूं, हे भगवान जी तुसीं 5 पिंड दी की गल करदे हो? मैं ते सूई दी नके जिन्नी भी जगह नहीं दवांगा, सब कुछ ही मेरा है, राज मेरा है, मैं राज गद्दी दा मालिक हाँ। तो जदों भगवान नूं जवाब दिता ना
ਨਾ ਮਹਾਰਾਜ ਮੈਂ ਨਹੀਂ ਦੇਣਾ, ਸੂਈ ਦੇ ਨੱਕੇ ਜਿੰਨੀ ਜਗ੍ਹਾ ਵੀ। ਤਾਂ ਭਗਵਾਨ ਕਹਿੰਦੇ ਵੇਖ ਲੈ, ਇਸੇ ਰਾਜ ਭਾਗ ਕਰਕੇ ਫਿਰ ਯੁੱਧ ਹੋਇਆ ਮਹਾਭਾਰਤ ਦਾ। ਮਹਾਭਾਰਤ ਦਾ ਬੜਾ ਭਿਆਨਕ ਯੁੱਧ ਹੋਇਆ। ਯੁੱਧ ਹੋਣ ਤੋਂ ਬਾਅਦ ਤੇ ਦੁਰਯੋਧਨ ਦੇ 100 ਭਰਾ ਵੀ ਮਾਰੇ ਗਏ। ਦੁਰਯੋਧਨ ਦੇ ਹੰਕਾਰ ਨਹੀਂ ਤਿਆਗਿਆ, ਮਾਣ ਨਹੀਂ ਛੱਡਿਆ, 100 ਭਰਾ ਵੀ ਮਰਵਾਏ, ਸੈਨਾ ਵੀ ਮਰਵਾਈ, ਤੇ ਸਾਧ ਸੰਗਤ ਜੀ ਰਾਜ ਭਾਗ ਵੀ ਚਲਿਆ ਗਿਆ। ਤਾਂ ਸਮਝਾਉਂਦੇ ਮਹਾਰਾਜ ਸੱਚੇ ਪਾਤਸ਼ਾਹ ਭਗਤ ਨਾਮਦੇਵ ਜੀ, ਕਿਉਂ ਮਾਣ ਕਰਦਾ ਹੈ? ਮਹਾਰਾਜ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ। ਦੋ ਦੁਰਯੋਧਨ ਸੀ ਨਾ ਭਾਈ, ਉਹ ਕੌਰਵਾਂ ਦਾ ਸੀ ਰਾਜਾ। ਉਹਦੇ ਜਿਹੜੇ 100 ਭਰਾ ਸੀ ਨਾ ਦੁਰਯੋਧਨ ਦੇ, ਸਾਧ ਸੰਗਤ ਜੀ ਮਹਾਭਾਰਤ ਦੇ ਯੁੱਧ ਵਿੱਚ ਮਾਰੇ ਗਏ। ਇੱਕ ਹੰਕਾਰ ਦੇ ਬਦਲੇ, ਅੱਜ ਵੀ ਸਮਾਂ ਇੱਦਾਂ ਹੀ ਹੈ, ਮਨੁੱਖ ਕਦੇ ਹੰਕਾਰ ਨਹੀਂ ਛੱਡਦਾ, ਆਪਣਾ ਗਵਾਹ ਸਭ ਕੁਝ ਹੀ ਲਊਗਾ। ਮੈਂ ਨੀਵਾਂ ਨਾ ਕਿਤੇ ਹੋ ਜਾ, ਮੈਂ ਨਾ ਨੀਵਾਂ ਹੋ ਜਾ ਕਿਤੇ। ਅੱਜ ਦਾ ਮਨੁੱਖ ਇਹੀ ਕਹਿੰਦਾ ਹੈ, ਮੈਂ ਨੀਵਾਂ ਨਾ ਹੋ ਜਾ ਕਿਤੇ। ਜੇ ਮੈਂ ਪਹਿਲ ਕਰ ਲਈ ਤੇ ਲੋਕ ਕਹਿਣਗੇ ਲੈ ਇਹ ਨੀਵਾਂ ਹੋ ਗਿਆ। ਤੋ ਹੰਕਾਰ ਦੇ ਸਹਿਤ ਲੜਾਈ ਝਗੜੇ ਹੁੰਦੇ ਰਹਿੰਦੇ ਐ, ਤਾਂ ਗਵਾ ਸਭ ਕੁਝ ਹੀ ਲੈਂਦੇ ਆ ਸਾਧ ਸੰਗਤ ਜੀ, ਸਭ ਕੁਝ ਹੀ ਗਵਾ ਲੈਂਦੇ ਆ। ਤੇ ਫਿਰ ਜਦੋਂ ਗਵਾ ਲਿਆ ਫਿਰ ਮਨੁੱਖ ਪਛਤਾਉਂਦਾ ਹੈ, ਪਛਤਾਉਂਦਾ ਫਿਰ ਮਨੁੱਖ ਵੀ ਸ਼ਾਇਦ ਜੇ ਮੈਂ ਨੀਵਾਂ ਹੋ ਜਾਂਦਾ ਇਹ ਸਭ ਕੁਝ ਨਾ ਜਾਂਦਾ ਮੇਰੇ ਹੱਥੋਂ, ਨਾ ਜਾਂਦਾ। ਤੋ ਹੰਕਾਰ ਦੇ ਸਹਿਤ ਇਹ ਸਾਰੇ ਕਾਰਜ ਨੇ, ਇਹ ਮਾਇਆ ਦੇ। ਕਿਸੇ ਨੇ ਆਪਣੇ ਪੁੱਤਰ ਹੀ ਮਾਰ ਦਿੱਤਾ, ਅਖਬਾਰਾਂ ਵਿੱਚ ਤੁਸੀਂ ਪੜ੍ਹਦੇ ਹੋ ਨਾ, ਨਿਊਜ਼ ਸੁਣਦੇ ਹੋ, ਅਖਬਾਰ ਪੜ੍ਹਦੇ ਹੋਵੋਗੇ ਖਬਰਾਂ। ਤੇ ਮਾਇਆ ਦੇ ਕਰਕੇ ਦੇਖੋ ਕਿੰਨੇ ਲੜਾਈ ਝਗੜੇ ਹੁੰਦੇ ਹੈ ਮਾਇਆ ਦੇ ਕਰਕੇ। ਤੋ ਸਤਿਗੁਰੂ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। ਮੇਰੀ ਮੇਰੀ ਕਰਦੇ ਉਹ ਵੀ ਚਲੇ ਗਏ। ਮਹਾਰਾਜ ਕਹਿੰਦੇ 100 ਭਰਾ ਮਰਵਾ ਲਏ ਮਹਾਭਾਰਤ ਦੇ ਯੁੱਧ ਦੇ ਵਿੱਚ। 12 ਜੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ। ਮਹਾਰਾਜ ਆਖਣ ਲੱਗੇ ਨੇ 12 ਜੋਜਨ ਛਤਰ ਚੱਲੇ ਥਾ। ਜਿਹੜਾ ਦੁਰਯੋਧਨ ਸੀ ਨਾ ਭਾਈ, 12 ਜੋਜਨ ਭਾਵ 48 ਕੋ ਛਤਰਾਂ ਦੀ ਛਾਇਆ ਹੇਠਾਂ ਚੱਲਦਾ ਹੁੰਦਾ ਸੀ। 48 ਕੋ ਐਡਾ ਪ੍ਰਤਾਪੀ ਰਾਜਾ ਸੀ, ਇੰਨੇ ਰਾਜੇ ਉਹਦੇ ਅਧੀਨ ਸੀ। ਜਦੋਂ ਦੁਰਯੋਧਨ ਨੇ ਆਉਣਾ ਹੁੰਦਾ ਸੀ ਨਾ, ਜਿਹੜੇ ਛੋਟੇ ਮੋਟੇ ਰਾਜੇ ਛਤਰ ਫੜ ਕੇ ਖੜ ਜਾਂਦੇ ਸੀ। ਜਦੋਂ ਦੁਰਯੋਧਨ ਨੇ ਆਉਣਾ ਹੁੰਦਾ ਸੀ, ਛਤਰਾਂ ਦੀ ਛਾਇਆ ਚੱਲਦਾ ਸੀ, ਸੋਨੇ ਦੇ ਛਤਰਾਂ ਦੀ ਛਾਇਆ। ਮਹਾਰਾਜ ਕਲਗੀਧਰ ਸਮਝਾਉਂਦੇ ਆ ਸਵਈਆਂ ਦੇ ਵਿੱਚ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਹ ਤੰਗ ਸੁਰੰਗ ਸਵਾਰੇ। ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ। ਭਾਰੀ ਭੁਝਾਨ ਕੇ ਭੂਪ ਭੜੀ ਬਿਦ ਨਿਆਵਤ, ਸੀਸ ਨਾ ਜਾਤ ਵਿਚਾਰੇ। ਇਤੇ ਭਏ ਤੋ ਕਹਾ ਭਏ ਭੂਪਤ, ਅੰਤ ਕੋ ਨਾਗੇ ਹੀ ਪਾਏ ਪਦਾਰੇ। ਮਹਾਰਾਜ ਕਬੀਰ ਜੀ ਕਹਿੰਦੇ ਨਾਂਗੇ ਪਾਵੋਂ ਤੇ ਗਏ ਜਨ ਕੇ ਲੱਖ ਕਰੋੜ। ਕਾਹਨੂੰ ਮਾਣ ਕਰਨਾ ਹੈ ਭਾਈ ਮਾਇਆ ਦਾ, ਸਰੀਰ ਦਾ ਕਾਹਨੂੰ ਹੰਕਾਰ ਕਰਨਾ ਹੈ। ਬੜੇ ਬੜੇ ਪ੍ਰਤਾਪੀ ਰਾਜੇ ਦੁਨੀਆ ਤੋਂ ਚਲੇ ਗਏ ਖਾਲੀ ਹੱਥ, ਕੇਵਲ ਹੰਕਾਰ ਹੀ ਪੱਲੇ ਰਿਹਾ ਉਹਨਾਂ ਦੇ। ਭਗਵਾਨ ਪਰਮਾਤਮਾ ਦੀ ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਨਾਮ ਤੋਂ ਹੀਣੇ ਹੋ ਕੇ ਖਾਲੀ ਹੱਥ ਹੀ ਗਏ ਨੇ। ਨਾਂਗੇ ਪਾਵੋਂ ਤੇ ਗਏ ਜਨ ਕੇ ਲੱਖ ਕਰੋੜ। ਤੇ ਮਹਾਰਾਜ ਕਲਗੀਧਰ ਕਹਿੰਦੇ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਧਾਰੀ। ਛਤਰ ਹੀ ਕੀ ਛਾਇਆ ਕਈ ਕੌਸਲੋ ਚਲਤ ਹੈ। ਕਈ ਕੋ ਚੱਲਦੇ ਹੁੰਦੇ ਸੀ ਛਤਰਾਂ ਦੀ ਛਾਇਆ। ਕਲਗੀਧਰ ਮਹਾਰਾਜ ਆਪਣੀ ਬਾਣੀ 10ਵੇਂ ਗ੍ਰੰਥ ਵਿੱਚ ਕਹਿੰਦੇ ਹੈ ਛਤਰ ਹੀ ਕੀ ਛਾਇਆ ਕਈ ਕੌਸਲੋ ਚਲਤ ਹੈ। ਛਤਰਾਂ ਦੀ ਛਾਇਆ ਕਈ ਕੋ ਜਾਂਦਾ ਹੁੰਦਾ ਸੀ ਦੁਰਯੋਧਨ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਹੈ 12 ਜੋਜਨ ਛਤਰ ਚੱਲੇ ਥਾ। 48 ਕੋ ਛਤਰਾਂ ਦੀ ਛਾਇਆ ਚੱਲਦਾ ਸੀ ਰਾਜਾ ਦੁਰਯੋਧਨ, ਐਡਾ ਪ੍ਰਤਾਪੀ ਰਾਜਾ। ਪਰ ਦੇਹੀ ਗਿਰਜ ਨਾ ਖਾਈ, ਉਹਦੀ ਦੇਹੀ ਨੂੰ ਗਿਰਜਾ ਨੇ ਨਹੀਂ ਖਾਧਾ। ਜਦੋਂ ਮਹਾਭਾਰਤ ਦੇ ਯੁੱਧ ਵਿੱਚ ਮਾਰਿਆ ਗਿਆ ਨਾ, ਮਹਾਭਾਰਤ ਦੇ ਯੁੱਧ ਵਿੱਚ ਮਾਰਿਆ ਗਿਆ। ਦੇਖੋ ਇਹਨੂੰ ਵਰ ਪ੍ਰਾਪਤ ਹੋਇਆ ਸੀ ਆਪਣੀ ਮਾਂ ਤੋਂ, ਆਪਣੀ ਮਾਤਾ ਤੋਂ ਵਰ ਪ੍ਰਾਪਤ ਸੀ ਇਹਨੂੰ।
ਸਾਰੀ ਦੇਹੀ ਬੱਜਰ ਦੀ ਬਣ ਗਈ ਸੀ, ਸਾਰੀ ਦੇਹੀ ਪੱਥਰ ਦੀ ਬਣ ਗਈ ਸੀ। ਜਿਹੜਾ ਥੋੜ੍ਹਾ ਜਿਹਾ ਥਾਂ ਸੀ ਨਾ, ਗੁਪਤ ਥਾਂ ਸੀ ਜਿਹੜਾ, ਜਿੱਥੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ ਸੀ, ਭਗਵਾਨ ਜੀ ਕਹਿੰਦੇ ਦੁਰਯੋਧਨਾ ਭਾਵੇਂ ਤੇਰੀ ਮਾਂ ਹੈ, ਪਰ ਮਾਤਾ ਦੇ ਸਾਹਮਣੇ ਤਾਂ ਨੰਗਿਆ ਜਾਣਾ ਠੀਕ ਨਹੀਂ ਹੈ। ਤੂੰ ਇੱਦਾਂ ਕਰ, ਉੱਥੇ ਤੂੰ ਪੱਤਿਆਂ ਨਾਲ ਢੱਕ ਲੈ ਉਹ ਸਾਰਾ ਤੂੰ, ਅਤੇ ਜਦੋਂ ਆਪਣੀ ਮਾਂ ਕੋਲ ਜਾਵੇਂਗਾ ਅਤੇ ਉਹਨੂੰ ਵਰ ਪ੍ਰਾਪਤ ਸੀ, ਉਹਦੀ ਮਾਤਾ ਨੂੰ ਤਾਕਤ ਸੀ ਉਹਦੀ ਅੱਖਾਂ ਦੇ ਵਿੱਚ, ਸਾਰੀ ਦੇਹੀ ਬੱਜਰ ਦੀ ਹੋ ਗਈ। ਉਹ ਜਿਹੜਾ ਗੁਪਤ ਥਾਂ ਸੀ ਨਾ ਸਾਧ ਸੰਗਤ ਜੀ, ਉਹ ਥਾਂ ਕੇਵਲ ਕੱਚਾ ਰਹਿ ਗਿਆ। ਉਸ ਕਰਕੇ ਫਿਰ ਜਦੋਂ ਮਹਾਭਾਰਤ ਦਾ ਯੁੱਧ ਹੋਇਆ, ਜਦੋਂ ਭਾਈ ਦੁਰਯੋਧਨ ਨੂੰ ਮਾਰਨਾ ਕੀਤਾ, ਕਿਵੇਂ ਮਾਰਿਆ? ਮਰਦਾ ਨਹੀਂ ਸੀ ਇਹ, ਕਿਉਂਕਿ ਦੇਹੀ ਬੱਜਰ ਦੀ ਬਣ ਗਈ ਸੀ। ਉਹ ਸਮੇਂ ਭਗਵਾਨ ਨੇ ਦੱਸਿਆ ਭੀਮ ਨੂੰ, ਸ਼੍ਰੀ ਕ੍ਰਿਸ਼ਨ ਜੀ ਨੇ, ਹੇ ਭੀਮ, ਇਹਦੇ ਗੁਪਤ ਥਾਂ 'ਤੇ ਗਦਾ ਮਾਰ ਮਾਰ ਕੇ ਮਾਰ ਇਹਨੂੰ, ਜੇ ਮਾਰਨਾ ਹੈ। ਉਹ ਥਾਂ ਕੱਚਾ ਸੀ। ਟਕਸਾਲ ਵਿੱਚ 2 ਪਾਠ ਹੈ, ਦੇਹੀ ਗਿਰਜਨ ਖਾਈ, ਉਹਦੀ ਦੇਹੀ ਨੂੰ ਗਿਰਜ ਨੇ ਖਾਧਾ ਵੀ ਹੈ ਅਤੇ ਖਾਧਾ ਵੀ ਨਹੀਂ। ਇਹਦੇ ਵਿੱਚ ਭੇਦ ਹੈ। ਦੇਹੀ ਗਿਰਜ ਨਾ ਖਾਈ, ਸਾਰੀ ਦੇਹੀ ਬੱਜਰ ਦੀ ਬਣ ਗਈ ਸੀ, ਗਿਰਜਾਂ ਨੇ ਨਹੀਂ ਖਾਧਾ। ਤੇ ਦੇਹੀ ਗਿਰਜਨ ਖਾਈ, ਤੇ ਦੇਹਾਂ ਨੇ ਗਿਰਜਾਂ ਨੂੰ ਵੀ ਖਾ ਲਿਆ, ਗਿਰਜਾਂ ਨੇ ਦੇਹੀ ਨੂੰ ਵੀ ਖਾ ਲਿਆ। ਕਿੱਥੋਂ? ਜਿੱਥੋਂ ਉਹਦਾ ਸਰੀਰ ਕੱਚਾ ਰਹਿ ਗਿਆ ਸੀ। ਤੋ ਸਤਿਗੁਰੂ ਮਹਾਰਾਜ ਕਹਿੰਦੇ ਵੇਖੋ ਕਿੰਨੀ ਮਾੜੀ ਹਾਲਤ ਹੋਈ ਉਹਦੇ ਸਰੀਰ ਦੀ। ਇੱਦਾਂ ਮਾਣ ਨਹੀਂ ਕਰੀਦਾ, ਹੰਕਾਰ ਨਹੀਂ ਕਰੀਦਾ, ਮਾਇਆ ਦਾ ਧਨ ਦੌਲਤ ਦਾ। 12 ਯੋਜਨ ਸ਼ਤਰਾਂ ਦੀ ਛਾਇਆ ਚੱਲਣ ਵਾਲਾ ਐਸਾ ਰਾਜਾ ਹੰਕਾਰੀ ਜਾਣ ਕੇ ਗਿਰਜਾ ਨੇ ਖਾਧਾ ਨਹੀਂ ਹੈ। ਇਹ ਹੰਕਾਰੀ ਦਾ ਮਾਸ ਹੈ, ਕ੍ਰਿਤ ਘਣ ਦਾ ਮਾਸ ਹੈ। ਜਿਹੜਾ ਆਪਦੇ ਕੀਤੇ ਨੂੰ, ਗੁਰੂ ਦੇ ਕੀਤੇ ਨੂੰ ਭੁਲਾ ਜਾਵੇ, ਉਹਦੇ ਤੋਂ ਵੱਡਾ ਕੋਈ ਪਾਪੀ ਨਹੀਂ ਹੈ। ਉਹਦੇ ਤੋਂ ਵੱਡਾ ਕੋਈ ਪਾਪੀ ਨਹੀਂ। ਆਪਣੇ ਗੁਰੂ ਦੇ ਕੀਤੇ ਨੂੰ ਭੁਲਾ ਜਾਏ। ਅਸੀਂ ਵੀ ਭੁਲਾ ਦਿੱਤਾ ਗੁਰੂ ਦੇ ਕੀਤੇ ਨੂੰ, ਅਸੀਂ ਵੀ ਭੁਲਾਇਆ ਹੈ। ਸੱਚੇ ਪਾਤਸ਼ਾਹ ਨੇ ਸੋਹਣਾ ਸਰੀਰ ਬਖਸ਼ਿਆ ਹੈ, ਹੱਥ ਪੈਰ ਚੰਗੇ ਬਖਸ਼ੇ ਨੇ, ਮਾਇਆ ਧਨ ਖਾਣ ਵਾਸਤੇ, ਅੰਨ ਪਾਣੀ ਕੱਪੜ ਪਹਿਨਣ ਦੀਆਂ, ਅਨ ਰਸ ਭੋਗਾਣੀ। ਸੱਚੇ ਪਾਤਸ਼ਾਹ ਨੇ ਬੜੇ ਸੁੰਦਰ ਸਾਨੂੰ ਭੋਜਨ ਦਿੱਤੇ ਹੈ, ਵਸਤਰ ਬਖਸ਼ੇ ਹੈ, ਚੇਤੇ ਫਿਰ ਵੀ ਨਹੀਂ ਕਰਦੇ ਨਿਰੰਕਾਰ ਨੂੰ। ਕੌਣ ਹੈ ਸਾਡੇ ਤੋਂ ਵੱਡਾ ਪਾਪੀ? ਕੋਈ ਨਹੀਂ ਹੋਵੇਗਾ। ਤੇ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਕ੍ਰਿਤ ਘਣ ਹੈ ਉਹ, ਆਪਣੇ ਗੁਰੂ ਦੇ ਕੀਤੇ ਨੂੰ ਭੁਲਾ ਜਾਵੇ। ਸਾਰਿਆਂ ਤੋਂ ਵੱਡਾ ਪਾਪੀ ਹੈ, ਸਾਰਿਆਂ ਤੋਂ ਵੱਡਾ। ਪਰਮੇਸ਼ਰ ਦੇ ਭੁੱਲੇ ਆ, ਸਾਰਿਆਂ ਤੋਂ ਵੱਡਾ ਪਾਪੀ ਹੈ। ਤੇ ਜਿਹਨੇ ਇਹ ਪਾਪ ਕਰ ਲਿਆ, ਸਮਝੋ ਸਾਰੇ ਹੀ ਪਾਪ ਕਰ ਲਏ, ਸਾਰੇ ਪਾਪ ਕਰ ਲਏ ਉਹਨੇ ਜਿਹਨੇ ਇਹ ਪਾਪ ਕਰ ਲਿਆ। ਪਰਮਾਤਮਾ ਨੂੰ ਭੁੱਲ ਗਿਆ, ਸਾਰੇ ਹੀ ਪਾਪ ਆ ਗਏ। ਤੇ ਜੇ ਰੱਬ ਨੂੰ ਚੇਤੇ ਕਰ ਲਿਆ, ਫਿਰ ਬਾਬੂ ਕਹਿੰਦੇ ਨਾਏ ਲਿਆ ਪ੍ਰਾਸ਼ਤ ਜਾਹੇ, ਨਾਨਕ ਤੋ ਮੁਖੰਤਰ ਪਾਹੇ। ਨਾਏ ਲਿਆ ਪ੍ਰਾਸ਼ਤ ਜਾਏ। ਪ੍ਰਾਸ਼ਤ ਨਾਮ ਹੈ ਪਾਪਾਂ ਦਾ। ਆਸਾ ਦੀ ਵਾਰ ਵਿੱਚ ਬਚਨ ਆਉਂਦੇ ਹੈ ਮਹਾਰਾਜ ਦੇ, ਗੁਰੂ ਨਾਨਕ ਸਾਹਿਬ ਦੇ। ਨਾਏ ਲਿਆ, ਨਾਏ ਭਾਵ ਹੈ ਉਹਦੇ ਨਾਮ ਨੂੰ ਲੈ ਕੇ ਪ੍ਰਾਸ਼ਤ ਜਾਏ। ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਲੈਣਾ ਕੀਤਾ, ਉਹਦੇ ਪਾਪ ਚਲੇ ਗਏ। ਨਾਨਕ ਤੋ ਮੁਖੰਤਰ ਪਾਏ, ਉਹਨੂੰ ਮੁਕਤੀ ਪ੍ਰਾਪਤ ਹੋ ਗਈ ਉਹਨੂੰ। ਤੇ ਜਿਹਨੇ ਪਰਮਾਤਮਾ ਨੂੰ ਚੇਤੇ ਨਹੀਂ ਨਾ ਕੀਤਾ, ਸਾਰਿਆਂ ਤੋਂ ਵੱਡਾ ਪਾਪੀ ਹੈ। ਸਾਧ ਸੰਗਤੋ, ਦਾਨ ਪੁੰਨ ਕਰਦਾ ਹੋਵੇ, ਬੜਾ ਦਾਨ ਪੁੰਨ ਜਗ ਕਰਦਾ ਹੋਵੇ, ਰੱਬ ਨੀਨਾ ਚੇਤੇ ਤੇ ਪਾਪੀ ਹੈ, ਵਿਕਾਰੀ ਹੈ, ਹੰਕਾਰੀ ਹੈ। ਤੋ ਮਹਾਰਾਜ ਕਹਿੰਦੇ ਦੇਹੀ ਗਿਰਜ ਨਾ ਖਾਈ, ਮੁਖ ਪਾਠ ਗਿਰਜ ਨਾ ਖਾਈ। ਉਹਦੀ ਦੇਹੀ ਨੂੰ ਗਿਰਜਾ ਨੇ ਨਹੀਂ ਖਾਧਾ। ਮਾਸ ਖਾਣ ਵਾਲਾ ਜੀਵ ਹੈ ਗਿਰਜ, ਤਾਂ ਦੁਰਯੋਧਨ ਦੀ ਦੇਹੀ ਨੂੰ ਗਿਰਜਾ ਨੇ ਨਹੀਂ ਖਾਧਾ, ਹੰਕਾਰੀ ਜਾਣ ਕੇ। ਅੱਗੇ ਮਹਾਰਾਜ ਸਮਝਾਉਂਦੇ ਹੈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ। ਆਖਣ ਲੱਗੇ ਨੇ ਸ਼ਾਹੂਕਾਰ, ਐਵੇਂ ਮਾਇਆ ਦਾ ਮਾਣ ਕਰਦਾ, ਦੁਨੀਆ ਤੇ ਸਰਬ ਸੋਇਨ ਕੀ ਲੰਕਾ ਹੋਤੀ। ਜਿਹਦੀ ਸਾਰੀ
ਲੰਕਾ ਸੋਨੇ ਦੀ ਸੀ। ਰਾਵਣ ਸੇ ਅਧਿਕਾਈ, ਰਾਵਣ ਤੋਂ ਵੀ ਬੜੇ ਬੜੇ ਹੋਏ ਨੇ ਕਈ ਐਸੇ ਰਾਜੇ ਜਿਨ੍ਹਾਂ ਦੇ ਪਾਸ ਪਤਾ ਨਹੀਂ ਹੈ ਧਨ ਕਿੰਨਾ ਕੁ ਹੈ, ਕਿੰਨਾ ਕੁ ਧਨ ਹੈ। ਪਰ ਕਬੀਰ ਜੀ ਦਾ ਬਚਨ ਹੈ, ਮਹਾਰਾਜ ਕਬੀਰ ਸਾਹਿਬ ਦਾ, ਕਹਿੰਦੇ ਇਤਨਾ ਕੁ ਖਟੀਆ ਗਠੀਆਂ ਮਟੀਆ ਸੰਗ ਨਾ ਕੱਛ ਲੈ ਜਾਏ, 4 ਦਿਨ ਆਪਣੀ ਨੌਬਤ ਚੱਲੇ ਬਜਾਏ। ਕੀ ਹੋਇਆ ਜੇ ਦੁਨੀਆ ਤੇ 4 ਦਿਨ ਰਾਜੇ ਆਏ ਨੇ, ਆਪਣੀ ਨੌਬਤ ਭਾਵ ਕੇ ਆਪਣਾ ਹੁਕਮ ਵਜਾ ਕੇ ਚਲੇ ਗਏ। ਪਰ ਯਾਦ ਰੱਖਿਓ ਇਤਨਾ ਕਟਿਆ ਗਠੀਆਂ ਮਟੀਆ ਸੰਗ ਨਾ ਕੱਛ ਲੈ ਜਾਏ। ਇੰਨੀ ਮਾਇਆ ਸੀ ਉਹਨਾਂ ਪਾਸ ਵੀ ਗੰਢੜੀਆਂ ਵੀ ਬੰਨ ਬੰਨ ਕੇ ਰੱਖੀਆਂ ਸੀ, ਪਰ ਸੰਗ ਨਾ ਕੱਛ ਲੈ ਜਾਏ, ਨਾਲ ਨਹੀਂ ਕੋਈ ਚੀਜ਼ ਵਸਤੂ ਗਈ। ਕਿਉਂ ਮਾਣ ਕਰਨਾ, ਹੰਕਾਰ ਕਰਨਾ। ਮਹਾਰਾਜ ਆਖਣ ਲੱਗੇ ਨੇ, ਕਹਿੰਦੇ ਭਾਈ ਸ਼ਾਹੂਕਾਰ ਸਰਬ ਸੋਇਨ ਕੀ ਲੰਕਾ ਹੋਤੀ, ਜਿਹਦੀ ਸਾਰੀ ਲੰਕਾ ਸੋਨੇ ਦੀ ਸੀ। ਰਾਵਣ ਸੇ ਅਧਿਕਾਈ, ਐਸਾ ਰਾਜਾ ਹੋਇਆ ਰਾਵਣ, ਐਸਾ ਰਾਜਾ ਹੋਇਆ। ਅਤ ਕੁਲੀਨ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਗੁਣ ਸੀਏ ਰਾਵਣ ਦੇ, ਸੁੰਦਰ ਬੜਾ ਸੀ। ਕੁਲੀਨ, ਕੁਲੀਨ ਦਾ ਕੀ ਭਾਵ ਹੈ? ਕੁਲੀਨ ਦਾ ਭਾਵ ਹੈ ਉੱਚੀ ਕੁਲ ਵਿੱਚ ਜਨਮ ਲੈਣਾ। ਬ੍ਰਾਹਮਣਾਂ ਦੀ ਕੁਲ ਸੀ ਰਾਵਣ ਦੀ, ਬ੍ਰਾਹਮਣ ਸੀ ਸਾਧ ਸੰਗਤ। ਅਤ ਸੁੰਦਰ ਕੁਲੀਨ ਚਤਰ, ਚਤਰ ਵੀ ਬੜਾ ਸੀ। ਤਾਂ ਹੀ ਤੇ ਵੇਖੋ ਚਤੁਰਾਈ ਦੇ ਨਾਲ ਸੀਤਾ ਜੀ ਨੂੰ ਚੁਰਾ ਲਿਆਇਆ, ਇੱਕ ਸਮੇਂ ਦੇ ਅਵਤਾਰ ਦੀ ਇਸਤਰੀ ਨੂੰ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਬਚਨ ਹੈ, ਪਰ ਨਾਰੀ ਕੇ ਹੇਤ ਸੀਸ 10 ਸੀਸ ਗਵਾਇਓ। ਇੱਕ ਪਰਾਈ ਨਾਰੀ ਦੇ ਹੇਤ ਵਿੱਚ ਆਪਣੇ 100 ਸਿਰ ਗਵਾ ਲਏ ਮੂਰਖ ਨੇ। ਗੁਰੂ ਗੋਬਿੰਦ ਸਿੰਘ ਦੇ ਬਚਨ ਹੈ, ਕਲਗੀਧਰ ਪਿਤਾ ਦੇ। ਚਤੁਰਾਈ ਸੀ ਬੜੀ, ਬੜਾ ਸਿਆਣਾ ਵੀ ਸੀ ਰਾਵਣ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਉਹਦੇ ਵਰਗਾ ਦੁਨੀਆ ਤੇ ਗਿਆਨੀ ਨਹੀਂ ਸੀ। 4 ਵੇਦਾਂ ਦਾ ਗਿਆਨੀ, ਸੰਸਕ੍ਰਿਤ ਭਾਸ਼ਾ 'ਚ ਨੇ 4 ਵੇਦ, ਉਹਦਾ ਗਿਆਨੀ ਸੀ ਉਹ। ਧਨਵੰਤ, ਧਨਵੰਤ ਦਾ ਕੀ ਭਾਵ ਹੈ? ਜਿਹਦੇ ਪਾਸ ਮਾਇਆ ਹੋਣੀ, ਧਨਵਾਨ ਹੋਣਾ। ਬੜੀ ਮਾਇਆ ਸੀ ਰਾਵਣ ਪਾਸ। ਪਰ ਚੇਤੇ ਰੱਖਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕੋਈ ਦੁਨੀਆ ਤੇ ਸੁੰਦਰ ਹੋਵੇ, ਉੱਚੀ ਕੁਲ ਵਿੱਚ ਜਨਮ ਲਿਆ ਹੋਵੇ, ਚਤਰ ਹੋਵੇ, ਗਿਆਨੀ ਵੀ ਹੋਵੇ, ਤੇ ਕਹਿੰਦੇ ਪੰਜਵਾਂ ਕਹਿੰਦੇ ਧਨਵਾਨ ਮਾਇਆ ਧਾਰੀ ਵੀ ਹੋਵੇ। ਪਰ ਸਿੱਟਾ ਕੀ ਕੱਢਿਆ ਬਾਪੂ ਨੇ? ਮਹਾਰਾਜ ਕਹਿੰਦੇ ਮਿਰਤਕ ਕਹੀਏ ਨਾਨਕਾ, ਜਹ ਪ੍ਰੀਤ ਨਹੀਂ ਭਗਵੰਤ। ਉਹ ਮਰਿਆ ਹੋਇਆ ਏ ਜਿਹਨੂੰ ਪ੍ਰੀਤ ਨਹੀਂ ਹੈ ਪਰਮਾਤਮਾ ਪਰਮੇਸ਼ਰ ਦੀ। ਭਾਵੇਂ ਸਭ ਕੁਝ ਉਹਦੇ ਕੋਲ ਹੋਵੇ, ਅਤ ਦਾ ਸੁੰਦਰ ਹੋਵੇ, ਚਤਰ ਹੋਵੇ, ਕੁਲੀਨ ਹੋਵੇ, ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਨਾਲ ਪ੍ਰੀਤੀ ਨਹੀਂ ਨਾ, ਤੇ ਮੌਤ ਹੈ, ਮਿਰਤਕ ਹੈ, ਮਰੀ ਲੋਥ ਹੈ, ਦੁਨੀਆ ਤੇ ਤੁਰੀ ਫਿਰਦੀ। ਮਰਿਆ ਕੌਣ ਹੈ? ਸੋ ਮੂਆ ਜਿਸ ਮਨੋਂ ਵਿਸਾਰ ਹੈ, ਜਿਹਨੂੰ ਭੁਲਾ ਦਿੱਤਾ ਨਾ, ਸੋ ਮੂਆ ਜਿਸ ਮਨੋਂ ਵਿਸਾਰ ਹੈ। ਜਿਹਨੇ ਮਨੋਂ ਵਿਸਾਰ ਦਿੱਤਾ ਉਹ ਮਰ ਗਿਆ। ਪਰਮਾਤਮਾ ਨੂੰ ਭੁਲਾ ਦਿੱਤਾ, ਮਰ ਗਿਆ। ਆਤਮਿਕ ਜੀਵਨ ਮਰ ਗਿਆ ਉਹਦਾ। ਅੰਦਰੋਂ ਚੰਗਿਆਈ ਮਰ ਗਈ, ਗੁਣ ਮਰ ਗਏ, ਤੇ ਚੰਗੀ ਬੁੱਧੀ ਮਰ ਗਈ, ਕੁਬੁੱਧ ਆ ਗਈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਕਹਿੰਦੇ ਕੁਬੁੱਧ ਕਰਨ ਤੇ ਲੋਕ ਹਟਾਏ। ਮੈਂ ਦੁਨੀਆ ਤੇ ਜੇ ਜਨਮ ਲਿਆ ਨਾ, ਅਵਤਾਰ ਧਾਰਿਆ, ਐਸੇ ਕੁਬੁੱਧ ਕਰਮ ਕਰਨ ਵਾਲੇ ਜਿਹੜੇ ਲੋਕ ਸੀ ਨਾ, ਮਾੜੇ ਕਰਮ ਕਰਨ ਵਾਲੇ ਲੋਕ, ਉਹਨਾਂ ਨੂੰ ਹਟਾਉਣ ਵਾਸਤੇ ਮੈਂ ਦੁਨੀਆ ਤੇ ਆਇਆ। ਇਸੇ ਕਰਕੇ ਪਵਿੱਤਰ ਬਾਣੀ ਸਾਡੇ ਪਾਸ ਆਈ ਹੈ, ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ। ਅਸੀਂ ਮਾੜੇ ਕੰਮਾਂ ਤੋਂ ਹਟ ਜਾਈਏ, ਇਹ ਹੰਕਾਰੀ ਬਿਰਤੀ ਛੱਡ ਦਈਏ। ਇਹ ਜੋ ਮਨ ਦਾ ਹੰਕਾਰ ਹੈ, ਵਿਕਾਰ ਹੈ, ਇਹ ਛੱਡ ਦਈਏ। ਕੁਬੁੱਧ ਕਰਨ ਤੇ ਲੋਕ ਹਟਾਏ, ਹਟ ਜਾਈਏ। ਤਾਂ ਸੱਚੇ ਪਾਤਸ਼ਾਹ ਕਹਿੰਦੇ ਰਾਵਣ ਤੋਂ ਵੱਡਾ ਕੋਈ ਐਸਾ ਰਾਜਾ ਨਹੀਂ ਹੋਇਆ। ਤਾਂ ਮਹਾਰਾਜ ਕਹਿੰਦੇ ਕਹਾਂ ਭਇਓ ਦਰ ਬਾਂਧੇ, ਹਾਥੀ ਖਿਨ ਮਹਿ ਭਈ ਪਰਾਈ। ਕਿੱਥੇ ਗਏ ਨੇ ਉਹਦੇ ਹਾਥੀ ਘੋੜੇ ਜਿਹੜੇ ਉਹਦੇ ਦਰ ਤੇ ਬੰਦੇ ਹੁੰਦੇ ਸੀ? ਕਹਾਂ ਭਇਓ ਦਰ ਬਾਂਧੇ ਹਾਥੀ। ਐਸਾ ਰਾਜਾ ਸੀ ਸਾਧ ਸੰਗਤ, ਉਹਦੇ ਦਰ ਤੇ ਹਾਥੀ ਘੋੜੇ ਬੰਦੇ ਹੁੰਦੇ ਸਨ। ਹੈਵਰ ਉਪਰ ਛਤਰ ਤਰ ਤੇ ਫਨ ਧਰਨੀ ਗਾੜ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖਿਨ ਮਹਿ ਭਈ ਪਰਾਈ। ਜਿਸ ਵੇਲੇ ਰਾਮ ਜੀ ਨੇ ਲੰਕਾ ਨੂੰ ਜਿੱਤਿਆ ਸਭ ਕੁਝ ਪਰਾਇਆ ਹੋ ਗਿਆ। ਜਿਸ ਵੇਲੇ ਰਾਵਣ ਮਰਿਆ ਨਾ, ਜਿੱਤ ਲਿਆ ਰਾਮ ਜੀ ਨੇ, ਸਭ ਕੁਝ ਪਰਾਇਆ ਹੋ ਗਿਆ। ਖਿਨ ਮਹਿ ਭਈ ਪਰਾਈ। ਦੱਸੋ, ਰਾਵਣ ਮਰ ਗਿਆ, ਉਹਦੇ ਨਾਲ ਗਿਆ ਉਹਦਾ ਸਭ ਕੁਝ। ਲੰਕਾ ਉਹਦੇ ਨਾਲ ਗਈ, ਧਨ ਦੌਲਤ ਨਾਲ ਗਿਆ। ਹੈਵਰ ਉੱਪਰ ਛਤਰ ਤਰ ਤੇ ਫਨ ਧਰਨੀ ਗਾੜ। ਧਰਤੀ ਵਿੱਚ ਗੱਡਿਆ ਗਿਆ। ਸੱਚੇ ਪਾਤਸ਼ਾਹ ਕਬੀਰ ਜੀ ਮਹਾਰਾਜ ਸਮਝਾਉਂਦੇ ਹੈ। ਅੱਗੇ ਕਹਿੰਦੇ ਨੇ, ਤੇ ਜਦੋਂ ਇਉਂ ਬਾਬਾ ਨਾਮਦੇਵ ਜੀ ਨੇ ਬਚਨ ਕੀਤੇ ਨਾ ਸ਼ਾਹੂਕਾਰ ਨੂੰ, ਉਹ ਸ਼ਾਹੂਕਾਰ ਕਹਿੰਦਾ ਨਾਮਦੇਵ ਜੀ ਨੂੰ, ਕਹਿੰਦਾ ਤੁਹਾਡੇ ਵਰਗੇ ਮੈਂ ਬੜੇ ਵੇਖੇ ਨੇ ਸ਼ੀਂਬੇ ਤੁਰੇ ਫਿਰਦੇ ਇੱਥੇ ਐਵੇਂ ਹੀ। ਮਖੌਲ ਕਰਨ ਲੱਗਿਆ ਭਗਤ ਜੀ ਨੂੰ। ਜਦੋਂ ਇਉਂ ਬਚਨ ਭਗਤ ਜੀ ਨੇ ਆਖੇ, ਹੰਕਾਰ ਦੇ ਸਹਿਤ ਟਿਚਰਾਂ ਕਰਨ ਲੱਗ ਗਿਆ ਭਗਤ ਜੀ ਨੂੰ। ਤੇ ਜਦੋਂ ਮਖੌਲ ਕਰਨ ਲੱਗਿਆ ਨਾ, ਤੇ ਭਗਤ ਜੀ ਕਹਿੰਦੇ ਸ਼ਾਹੂਕਾਰ ਐਵੇਂ ਮਖੌਲ ਨਹੀਂ ਕਰੀਦਾ ਕਿਸੇ ਸਾਧੂ ਸਤਪੁਰਸ਼ ਨੂੰ। ਸੱਚਮੁੱਚ ਮਖੌਲ ਨਹੀਂ ਕਰੀਦਾ ਕਿਸੇ ਅਭਿਆਸੀ ਸਿੰਘ ਦਾ, ਬੰਦਗੀ ਵਾਲੇ ਭਗਤ ਦਾ, ਔਰ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਰਸਿੱਖ ਦਾ ਮਖੌਲ ਨਹੀਂ ਡਾਈਦਾ। ਜਾਂ ਕਿਸੇ ਦੀ ਗਰੀਬੀ ਨੂੰ ਵੇਖ ਕੇ ਕਦੇ ਮਖੌਲ ਨਾ ਕਰੀਏ। ਭਗਤ ਕਬੀਰ ਜੀ ਦਾ ਬਚਨ ਹੈ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਰੰਕ ਨੂੰ ਵੇਖ ਕੇ ਹੱਸਣਾ ਨਹੀਂ ਚਾਹੀਦਾ, ਗਰੀਬ ਨੂੰ ਵੇਖ ਕੇ। ਹਜੇ ਮਹਾਰਾਜ ਕਹਿੰਦੇ ਅਜੋ ਸੁਨਾਓ ਸਮੁੰਦਰ ਮੈਂ, ਤੇਰੀ ਜ਼ਿੰਦਗੀ ਰੂਪੀ ਬੇੜੀ ਹੈ ਜੇ ਸੰਸਾਰ ਰੂਪੀ ਸਮੁੰਦਰ 'ਚ ਹੈ। ਕਿਆ ਜਾਨੋ ਕਿਆ ਹੋਏ, ਕੁਝ ਨਹੀਂ ਪਤਾ ਕੀ ਹੋਵੇਗਾ। ਇਉਂ ਜਦੋਂ ਭਗਤ ਨਾਮਦੇਵ ਦੇ ਮੁਖੋਂ ਬਚਨ ਸੁਣੇ ਨਾ ਵੀ ਮਖੌਲ ਨਹੀਂ ਕਰੀਦਾ, ਬਚਨ ਉਚਾਰਿਆ ਮਹਾਰਾਜ ਨੇ, ਦੁਰਬਾਸਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਮਹਾਰਾਜ ਆਖਣ ਲੱਗੇ ਨੇ, ਇਹ ਸ਼ਾਹੂਕਾਰ ਐਵੇਂ ਮਖੌਲ ਨਹੀਂ ਕਰੀਦਾ ਕਿਸੇ ਸਤਪੁਰਸ਼ ਨੂੰ, ਮਹਾਂਪੁਰਖ ਨੂੰ, ਬੰਦਗੀ ਕਰਨ ਵਾਲੇ ਸਾਧੂ ਨੂੰ। ਤੇ ਕੀਤੀ ਸੀ ਮਸ਼ਕਰੀ ਕਿਹਨੇ? ਦੁਰਬਖਸ਼ਾ ਰਿਖੀ ਜੀ ਨੂੰ। ਜਿਸ ਵੇਲੇ ਜਾਦਵ ਹੰਕਾਰੀ ਹੋ ਗਏ ਨਾ, ਤੇ ਭਾਈ ਸ਼੍ਰੀ ਕ੍ਰਿਸ਼ਨ ਜੀ ਨੇ ਸੋਚਿਆ ਇਹ ਹੰਕਾਰੀ ਹੋ ਗਏ, ਜੇ ਹੁੰਦਿਆਂ ਹੁੰਦਿਆਂ ਇਹਨਾਂ ਦਾ ਨਾਸ਼ ਨਹੀਂ ਨਾ ਕੀਤਾ, ਮੇਰੇ ਪਿੱਛੋਂ ਲੋਕ ਇਹਨਾਂ ਨੂੰ ਦੰਡ ਦੇਣਗੇ। ਇਸ ਖਿਆਲ ਨੂੰ ਲੈ ਕੇ ਫਿਰ ਕੀ ਹੋਇਆ, ਆਪ ਜੀ ਵਿਭਾਸ ਖੇਤਰ ਵਿੱਚ ਭਗਵਾਨ ਜੀ ਚਲੇ ਗਏ। ਉੱਥੇ ਰਿਖੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦੁਰਬਖਸ਼ਾ ਰਿਖੀ ਦੀ। ਇਉਂ ਜਿਉਂ 3 ਮਹੀਨੇ 2 ਮਹੀਨੇ ਹੋ ਗਏ ਭਗਵਾਨ ਜੀ ਨੂੰ ਸੇਵਾ ਕਰਦੇ ਆ ਰਿਖੀਆਂ ਦੀਆਂ। ਇੱਕ ਦਿਨ ਆਪਣੀ ਮੌਜ ਵਿੱਚ ਬੈਠੇ ਨੇ ਦੁਰਬਖਸ਼ਾ ਰਿਖੀ ਜੀ। ਦੁਰਬਖਸ਼ਾ ਰਿਖੀਏ ਸ਼੍ਰੀ ਕ੍ਰਿਸ਼ਨ ਜੀ ਦੇ ਗੁਰੂ ਹੋਏ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਦੇ ਗੁਰੂ ਹੋਏ ਨੇ ਦੁਰਬਖਸ਼ਾ ਰਿਖੀ। ਵਿੱਦਿਆ ਪੜ੍ਹਦੇ ਰਹੇ ਹੈ ਭਗਵਾਨ ਜੀ ਇਹਨਾਂ ਪਾਸੋਂ। ਜਿਸ ਵੇਲੇ ਦੁਰਬਖਸ਼ਾ ਰਿਖੀ ਜੀ ਇਕੱਲੇ ਬੈਠੇ ਹੈ ਨਾ, ਜਾਦਵਾਂ ਨੂੰ ਪਤਾ ਲੱਗ ਗਿਆ ਵੀ ਭਗਵਾਨ ਜੀ ਦੇ ਗੁਰੂ ਆਏ ਹੈ। ਤੇ ਜਦੋਂ ਜਾਦਵਾਂ ਨੇ ਕੀ ਕੀਤਾ ਰਲ ਕੇ, ਜਾਮਵਤੀ ਦਾ ਜਿਹੜਾ ਪੁੱਤਰ ਸੀ ਸਾਂਭਾ ਉਹਦਾ ਨਾਮ ਹੈ, ਉਹਨੂੰ ਇਸਤਰੀ ਵਾਲੇ ਵਸਤਰ ਪਵਾ ਦਿੱਤੇ। ਤੇ ਜਦੋਂ ਇਸਤਰੀ ਵਾਲੇ ਵਸਤਰ ਪਵਾਏ ਨਾ, ਇਸਤਰੀ ਵਾਲੇ ਵਸਤਰ ਪਵਾ ਦਿੱਤੇ, ਪੇਟ ਤੇ ਬਣ ਦਿੱਤੀ ਬਾਟੀ, ਲੋਹੇ ਦੀ ਬਾਟੀ ਬਣ ਦਿੱਤੀ। ਇਉਂ ਕਹਿੰਦੇ ਭਗਵਾਨ ਕੋਲ ਚਲੇ ਗਏ, ਵਾਹਿਗੁਰੂ ਦੁਰਬਖਸ਼ਾ ਰਿਖੀ ਕੋਲ ਚਲੇ ਗਏ ਸਵਾਂਗ ਰਚ ਕੇ। ਇੱਦਾਂ ਜਦੋਂ ਸਵਾਂਗ ਰਚ ਕੇ ਚਲੇ ਗਏ, ਹੈ ਤੇ ਲੜਕਾ ਹੈ, ਲੜਕੀ ਵਾਲੇ ਵਸਤਰ ਪਵਾ ਦਿੱਤੇ ਮਖੌਲ ਕਰਨ ਵਾਸਤੇ। ਤੇ ਸਿਆਣਿਆਂ ਦੀ ਕਹਾਵਤ ਹੈ ਵੀ ਮਖੌਲ ਆਪਣੇ ਹਾਣਦਿਆਂ ਨੂੰ ਕਰਨਾ ਚਾਹੀਦਾ, ਕਿਸੇ ਵੱਡੇ ਨੂੰ ਮਖੌਲ ਨਹੀਂ ਕਰਨਾ ਚਾਹੀਦਾ। ਹਾਣਦਿਆਂ ਨੂੰ ਮਖੌਲ ਕਰਨਾ ਠੀਕ ਹੈ, ਇਹ ਸਿਆਣਿਆਂ ਦੀ ਕਹਾਵਤ ਵੀ ਹੈ। ਜਿਸ ਵੇਲੇ ਕਹਿੰਦੇ ਨੇ ਉਹ ਜਾਮਵਤੀ ਦਾ ਪੁੱਤਰ ਸਾਂਭਾ ਚਲਿਆ ਗਿਆ ਲੜਕੀਆਂ ਵਾਲੇ ਵਸਤਰ ਪਾ ਕੇ, ਪੇਟ ਤੇ ਬਾਟੀ ਬੰਨ੍ਹ ਕੇ। ਉਹ ਜਿਹੜੇ ਜਾਦਵਾਂ ਦੀ ਕੁਲ ਦੇ ਲੜਕੇ ਸੀ ਨਾ, ਜਾਦਵਾਂ ਦੀ ਕੁਲ ਦੇ ਲੜਕੇ, ਕਹਿੰਦੇ ਹੇ ਭਗਵਾਨ ਜੀ, ਰਿਖੀ ਜੀ ਦੱਸੋ ਇਸ ਲੜਕੇ ਦੇ ਪੇਟੋਂ ਕੀ ਪੈਦਾ ਹੋਵੇਗਾ, ਲੜਕੀ ਪੈਦਾ ਹੋਵੇ ਕਿ ਲੜਕਾ ਪੈਦਾ ਹੋਵੇਗਾ।
ਦੁਰਬਖਸ਼ਾ ਰਿਖੀ ਜੀ ਕਹਿੰਦੇ ਮਖੌਲ ਨਹੀਂ ਕਰੀਦਾ, ਐਵੇਂ ਮਖੌਲ ਨਹੀਂ ਕਰੀਦਾ। ਜਾਓ ਜਾ ਕੇ ਖੇਡੋ ਆਪਣਾ। ਰਿਖੀਆਂ ਨੂੰ ਮਖੌਲ ਨਹੀਂ ਕਰਨਾ ਚਾਹੀਦਾ, ਇਉਂ ਕਹਿ ਦਿੱਤਾ। ਦੂਜੀ ਵਾਰ ਫੇਰ ਕਹਿੰਦੇ ਮਹਾਰਾਜ ਦੱਸੋ ਕੀ ਪੈਦਾ ਹੋਵੇਗਾ ਇਹਦੇ ਪੇਟੋਂ, ਲੜਕਾ ਹੋਵੇਗਾ ਕਿ ਲੜਕੀ? ਉਹ ਦੁਰਬਖਸ਼ਾ ਰਿਖੀ ਕਹਿੰਦੇ ਜਾਓ ਬੱਚਿਓ, ਰਿਖੀਆਂ ਨੂੰ ਮਖੌਲ ਨਹੀਂ ਕਰੀਦਾ, ਜਾਓ ਜਾ ਕੇ ਖੇਡੋ ਆਪਣੇ ਨਿਆਣਿਆਂ ਦੇ ਨਾਲ, ਕਰੋ ਤੁਸੀਂ ਮਖੌਲ ਮਸ਼ਕਰੀ, ਵੱਡਿਆਂ ਨੂੰ ਮਖੌਲ ਨਹੀਂ ਕਰੀਦਾ। ਤੀਜੀ ਵਾਰ ਜਦੋਂ ਆਖਿਆ ਨਾ, ਤੀਜੀ ਵਾਰ ਮਹਾਰਾਜ ਕੀ ਪੈਦਾ ਹੋਵੇਗਾ? ਦੁਰਬਖਸ਼ਾ ਰਿਖੀ ਕ੍ਰੋਧਵਾਨ, ਹੁਣ ਬੰਦਗੀ ਕਰਨ ਵਾਲੇ ਸਾਧੂ ਸੀ, ਸਤਪੁਰਸ਼ ਸੀ, ਕ੍ਰੋਧ ਵਿੱਚ ਆ ਗਏ। ਇਹਦੇ ਪੇਟੋਂ ਉਹ ਪੈਦਾ ਹੋਵੇਗਾ ਜਿਹੜਾ ਜਾਦਵਾਂ ਦੀ ਕੁਲ ਦਾ ਨਾਸ਼ ਕਰੇਗਾ, ਜਾਦਵਾਂ ਦੀ ਕੁਲ ਦਾ ਨਾਸ਼। ਕੀ ਹੋਇਆ ਜਦੋਂ ਫਿਰ ਇਉਂ ਸ਼ਰਾਪ ਦੇ ਦਿੱਤਾ ਨਾ ਦੁਰਬਖਸ਼ਾ ਰਿਖੀ ਜੀ ਨੇ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਸ ਆ ਗਏ। ਜਿਸ ਵੇਲੇ ਭਗਵਾਨ ਜੀ ਦੇ ਪਾਸ ਆਏ ਤੇ ਜਦੋਂ ਆਖਿਆ ਭਗਵਾਨ ਜੀ ਨੂੰ ਮਹਾਰਾਜ ਦੁਰਬਖਸ਼ਾ ਰਿਖੀ ਜੀ ਸਾਨੂੰ ਇਉਂ ਸ਼ਰਾਪ ਦੇ ਦਿੱਤਾ, ਭਗਵਾਨ ਜੀ ਕਹਿੰਦੇ ਤੇ ਬੜਾ ਮਾੜਾ ਹੋਇਆ ਫਿਰ। ਤੇ ਕੀ ਕੀਤਾ ਭਗਵਾਨ ਜੀ ਨੇ? ਉਹ ਬਾਟੀ ਰਤਵਾ ਕੇ, ਲੋਹੇ ਦਾ ਬਾਟਾ ਸਾਂਬੇ ਦੇ ਪੇਟ ਨਾਲ ਜਿਹੜਾ ਬੰਨਿਆ ਹੋਇਆ ਸੀ ਖੋਲ ਲਿਆ, ਤੇ ਉਹ ਰਤਵਾ ਕੇ ਨਦੀ ਦੇ ਕਿਨਾਰੇ ਸਟਵਾ ਦਿੱਤਾ। ਪਿੱਛੋਂ ਜਿਹੜਾ ਲੋਹੇ ਦਾ ਮੁਸਲ ਨਿਕਲਿਆ ਸੀ ਨਾ, ਜਦੋਂ ਰਤਵਾ ਰਹੇ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਰੇਤ ਦੇ ਨਾਲ, ਥੋੜ੍ਹੀ ਜਿਹੀ ਪੱਤੀ ਜੀ ਵੱਜ ਗਈ ਸੀ ਉਹ ਬਾਟੇ ਦੇ ਨਾਲ, ਲੋਹੇ ਦਾ ਜਦੋਂ ਮੁਸਲ ਨਿਕਲਿਆ, ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੇ ਲੋਹੇ ਦਾ ਜਿਹੜਾ ਬਾਟਾ ਸੀ ਵਿਭਾਸ ਖੇਤਰ ਵਿੱਚ ਜੋ ਜਮਨਾ ਦੇ ਕਿਨਾਰੇ 'ਤੇ ਮਹਾਰਾਜ ਨੇ ਰਤਵਾਉਣਾ ਸ਼ੁਰੂ ਕਰ ਦਿੱਤਾ। ਰੇਤਦਿਆਂ ਉੱਥੇ ਭਾਈ ਦੱਬ ਪੈਦਾ ਹੋ ਗਈ। ਉਹ ਦੱਬ ਜਦੋਂ ਪੈਦਾ ਹੋਈ ਨਾ, ਤੇ ਇੱਕ ਦਿਨ ਕੀ ਹੋਇਆ, ਸਾਰੇ ਜਾਦਵਾਂ ਦੇ ਕੁਲ ਦੇ ਜਿਹੜੇ ਉਹ ਨੌਜਵਾਨ ਸੀ, ਤੇ ਇੱਕ ਦਿਨ ਸ਼ਰਾਬ ਪੀ ਕੇ ਨਾ ਲੜਨ ਲੱਗ ਗਏ। ਤੇ ਜਦੋਂ ਸ਼ਰਾਬ ਪੀ ਕੇ ਲੜਨ ਲੱਗੇ, ਸਾਧ ਸੰਗਤ ਜੀ ਉਸ ਵੇਲੇ ਲੜਦਿਆਂ ਦੱਬ ਪੁੱਟ ਕੇ ਇੱਕ ਦੂਜੇ ਦੇ ਮਾਰ ਰਹੇ ਨੇ। ਮਾਰਦਿਆਂ ਸਾਰੇ ਜਾਦਵ ਮਰ ਗਏ। ਐਸਾ ਇਹ ਪ੍ਰਸੰਗ ਆਉਂਦਾ ਹੈ ਗੁਰਬਾਣੀ ਦੇ ਵਿੱਚ, ਜਾਦਵੇ ਫਲ ਪਾਏ। ਤੇ ਜਦੋਂ ਸਾਰੇ ਜਾਦਵ ਮਰ ਕੇ ਪਿੱਛੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬਚੇ, ਤੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬਚੇ ਨਾ, ਇੱਧਰ ਸ਼ਿਕਾਰੀ ਸ਼ਿਕਾਰ ਲੱਭਦਾ ਹੋਇਆ ਜੰਗਲਾਂ ਵਿੱਚ ਚਲਿਆ ਗਿਆ। ਜਿਸ ਵੇਲੇ ਵੇਖਿਆ ਵੀ ਭਗਵਾਨ ਜੀ ਦੇ ਚਰਨਾਂ 'ਚ ਪਦਮ ਸੀ, ਇਹ ਸਾਧੂਆਂ ਸਤਪੁਰਸ਼ਾਂ ਦੇ ਚਰਨਾਂ 'ਚ ਹੁੰਦਾ ਹੈ, ਬੜਾ ਚਮਕਦਾ ਹੁੰਦਾ ਤਾਰੇ ਵਾਂਗ। ਤੇ ਜਦੋਂ ਵੇਖਿਆ, ਉਹ ਸ਼ਿਕਾਰੀ ਨੂੰ ਲੱਗਿਆ ਵੀ ਹਿਰਨ ਦੀ ਅੱਖ ਹੈ, ਤੀਰ ਵਿੰਨ ਕੇ ਮਾਰਿਆ। ਜਦੋਂ ਕੋਲ ਜਾ ਕੇ ਵੇਖਿਆ ਤੇ ਭਗਵਾਨ ਹੈ, ਸ਼੍ਰੀ ਕ੍ਰਿਸ਼ਨ ਜੀ ਆਰਾਮ ਕਰ ਰਹੇ ਸਨ ਜੰਗਲ ਦੇ ਵਿੱਚ। ਜਦੋਂ ਦੇਖਿਆ ਨਾ ਇਉਂ, ਭਗਵਾਨ ਜੀ ਮਾਫ ਕਰਿਓ, ਤੁਹਾਡੇ ਚਰਨਾਂ ਵਿੱਚ ਤੀਰ ਵੱਜਿਆ। ਭਗਵਾਨ ਕਹਿੰਦੇ ਕੋਈ ਗੱਲ ਨਹੀਂ ਭਾਈ ਸ਼ਿਕਾਰੀ, ਜਿਹੜਾ ਸ਼ਿਕਾਰ ਕਰਨ ਵਾਸਤੇ ਆਇਆ ਸੀ, ਬੱਧਕ ਆਇਆ ਸੀ ਜਿਹੜਾ, ਭਗਵਾਨ ਨੇ ਆਪਣਾ ਬਿਰਧ ਜਾਣ ਕੇ ਮਾਫ ਕਰ ਦਿੱਤਾ। ਕਹਿੰਦੇ ਇਹ ਭਾਈ ਵੇਖ ਤੂੰ ਬਦਲਾ ਲਿਆ ਏ ਸਾਥੋਂ। ਕਹਿੰਦਾ ਮਹਾਰਾਜ ਕਿਵੇਂ? ਸਤਿਗੁਰੂ ਮਹਾਰਾਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਅਸੀਂ ਵੀ ਤੈਨੂੰ ਲੁੱਕ ਕੇ ਮਾਰਿਆ ਸੀ ਬਾਲੀ ਦੇ ਰੂਪ ਦੇ ਵਿੱਚ, ਸੋ ਤੂੰ ਉਹ ਜਿਹੜਾ ਕਰਮ ਸੀ ਤੇ ਸਾਨੂੰ ਵੀ ਭੋਗਣਾ ਪਿਆ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਜਾਦਵ ਇਹ ਫਲ ਪਾਏ, ਜਾਦਵਾਂ ਨੇ ਫਲ ਪਾਇਆ। ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਹੁਜਤਾਂ ਕਰੇ ਪਲੀਤ। ਕਿਸੇ ਸਤਿਪੁਰਸ਼ ਨੂੰ ਮਹਾਂਪੁਰਖ ਨੂੰ ਐਵੇਂ ਮਹਾਰਾਜ ਸਤਿਗੁਰੂ ਕਹਿੰਦੇ ਮਸ਼ਕਰੀ ਨਹੀਂ ਕਰਨੀ ਚਾਹੀਦੀ। ਤੋ ਜਿਸ ਵੇਲੇ ਸ਼ਾਹੂਕਾਰ ਨੂੰ ਭਗਤ ਜੀ ਨੇ ਆਖਿਆ, ਕਹਿੰਦੇ ਐਵੇਂ ਤੂੰ ਮਾਇਆ ਦੇ ਹੰਕਾਰ ਦੇ ਨਸ਼ੇ ਵਿੱਚ, ਮਾਇਆ ਦੇ ਹੰਕਾਰ ਵਿੱਚ ਐਵੇਂ ਤੂੰ ਮਸ਼ਕਰੀ ਕਰਦਾ ਵੇਖੀ, ਕਿਸੇ ਹੋਰ ਨੂੰ ਮਸ਼ਕਰੀ ਨਾ ਕਰੀ, ਇਹਦਾ ਫਲ ਭੋਗਣਾ ਪਏਗਾ ਤੈਨੂੰ। ਤਾਂ ਉਸ ਵੇਲੇ ਫਿਰ ਭਗਵਾਨ ਭਗਤ ਨਾਮਦੇਵ ਜੀ ਬਚਨ ਕਰਦੇ ਨੇ ਭਗਵਾਨ ਦੇ ਅੱਗੇ, ਮਹਾਰਾਜ ਕਿਰਪਾ ਕਰੀ ਜਨ ਆਪਣੇ ਉੱਪਰ, हे ਮਹਾਰਾਜ ਕਿਰਪਾ ਕਰਿਓ ਮੇਰੇ ਜਨ ਉੱਪਰ, ਨਾਮ ਦਿਓ ਹਰ ਗੁਣ ਗਾਏ, ਮੈਂ ਨਾਮਦੇਵ ਆਪ ਜੀ ਦੇ ਗੁਣੀ ਗਾਉਂਦਾ ਰਹਾ। हे ਹਰੀ ਭਗਵਾਨ ਜੀ ਕਿਰਪਾ ਕਰਿਓ
ਮਨ ਕਰਕੇ ਤਨ ਕਰਕੇ ਬੋਲਣੇ ਕਰਕੇ ਸੱਚੇ ਪਾਤਸ਼ਾਹ ਜੀ ਆਪਣੇ ਹੀ ਗੁਣ ਤੁਹਾਡੇ ਹੀ ਗੁਣ ਗਾਉਂਦਾ ਰਹਾ, ਇਹ ਮੇਰੇ ਤੇ ਕਿਰਪਾ ਕਰ ਦਿਓ। ਐਸਾ ਬਚਨ ਸੀ। ਫਿਰ ਜਦੋਂ ਉਸ ਸਮੇਂ ਭਗਵਾਨ ਪ੍ਰਗਟ ਹੋਏ ਨਾ, ਫਿਰ ਭਗਤ ਨਾਮਦੇਵ ਦਾ ਆਪ ਛਪਰ ਬਣਾਉਣਾ ਕੀਤਾ ਭਗਵਾਨ ਜੀ ਨੇ। ਐਸਾ ਪਵਿੱਤਰ ਬਚਨ ਹੈ ਮਹਾਰਾਜ ਦਾ, ਜੋ ਆਇਆ ਅੰਮ੍ਰਿਤ ਵੇਲੇ ਮੁਖ ਵਾਕ ਆਪ ਜੀ ਨੇ ਸਰਵਣ ਕੀਤਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਰਾਜ, ਸਤਿਗੁਰੂ ਜੀ ਸਾਨੂੰ ਪਵਿੱਤਰ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ ਕਰਨ। ਤੋ ਕੱਲ ਨੂੰ ਵੀ ਆਪ ਜੀ ਨੇ ਇਸੇ ਸਮੇਂ ਹਾਜ਼ਰੀਆਂ ਭਰਨੀਆਂ ਨੇ। ਕੱਲ ਦਾ ਦਿਨ ਹੋਰ ਕਥਾ ਹੋਵੇਗੀ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਨੇ। ਹੁਕਮਨਾਮਾ ਵੱਡਾ ਸੀ, ਇਹਦੀ ਵਿਚਾਰ ਵੀ ਬੜੀ ਡੂੰਘੀ ਸੀ, ਪਰ ਸੰਖੇਪ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਕਥਾ ਕਰਦਿਆਂ ਅਨੇਕਾਂ ਪ੍ਰਕਾਰਾਂ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾਸ ਨੂੰ ਬਖਸ਼ ਲੈਣਗੇ। ਆਪ ਪਿਆਰੀ ਸਾਧ ਸੰਗਤ ਨੇ ਬਖਸ਼ ਲੈਣਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਦੁਰਵਾਸਾ ਸਿਓ ਕਰਤ ਠਗੌਰੀ, ਜਾਦਵੇ ਫਲ ਪਾਏ। ਕਿਰਪਾ ਕਰੀ ਜਾਨੇ ਆਪਣੇ ਉਪਰੋ, ਨਾਮ ਦਿਓ ਹਰ ਗੁਣ ਗਾਏ। ਕਿਰਪਾ ਕਰੀ ਜਾਨੇ ਆਪਣੇ ਉਪਰੋ, ਨਾਮ ਦਿਓ ਹਰ ਗੁਣ ਗਾਏ।